ਦੁਨੀਆ ਜਾਣਦੀ ਹੈ ਵੀ ਜੋ ਕੁਝ ਸੁਧੀਰ ਸੂਰੀ ਨੇ ਬੋਲਿਆ ਸੀ ਤੁਸੀਂ ਠੋਕ ਕੇ ਜਵਾਬ ਦਿੱਤਾ। ਕੌਮ ਦੇ ਵਿੱਚ ਕਿਸੇ ਦੇ ਜ਼ਿਹਨ ਦੇ ਵਿੱਚ ਨਹੀਂ ਆਇਆ ਕਿ ਅਸੀਂ ਜਵਾਬ ਦੇਣਾ ਹੈ। ਤੁਸੀਂ ਪੋਸਟਰ ਪਾੜਿਆ, ਜਵਾਬ ਦਿੱਤਾ ਤੇ ਪੁਲਿਸ ਨੂੰ ਮੈਨੂੰ ਇਹ ਵੀ ਪਤਾ ਕਿ ਤੁਸੀਂ ਪਹਿਲਾਂ ਇਨਫੋਰਮ ਕਰ ਚੁੱਕੇ ਸੀ। ਫਿਰ ਉਸ ਤੋਂ ਬਾਅਦ ਤੁਹਾਨੂੰ ਚੱਕ ਲਿਆ ਜਾਂਦਾ ਹੈ। ਤੁਸੀਂ ਕੀ ਸੋਚਦੇ ਹੋ ਕਿ ਇਹ ਸਾਰੀ ਦੀ ਸਾਰੀ ਜਿਹੜੀ ਗੇਮ ਇੱਕ ਖੇਡੀ ਗਈ, ਇਹਦੇ ਪਿੱਛੇ ਸੂਤਰਧਾਰ ਕੌਣ ਸੀ? ਇਹਦਾ ਰੀਜ਼ਨ ਤਾਂ ਪੋਸਟਰ ਪਾੜਨਾ ਵੀ ਹੈ, ਦੂਜਾ ਕਿਸਾਨੀ ਸੰਘਰਸ਼ ਦੇ ਦੌਰਾਨ ਕੀਤੀਆਂ ਸੇਵਾਵਾਂ ਵੀ ਜਿਹੜਾ ਇੱਕ ਦਾ ਵੱਡਾ ਰੀਜ਼ਨ ਹੈ। ਕਿਉਂਕਿ ਸੈਂਟਰ ਦੇ ਵਿੱਚ ਕਿਤੇ ਨਾ ਕਿਤੇ ਭਾਜਪਾ ਸਰਕਾਰ ਦਾ ਜਿਵੇਂ ਕਹਿ ਦਈਏ ਵੀ ਕੈਪਟਨ ਦੇ ਉੱਪਰ ਉਹਦਾ ਦਬਾਅ ਨਹੀਂ ਜਾਂ ਕਾਂਗਰਸ ਦਾ ਦਬਾਅ ਨਹੀਂ, ਝੂਠ ਹੋਊਗਾ, ਬਹੁਤ ਦਬਾਅ ਹੈ। ਇਹ ਕਹਿਣ ਦੀਆਂ ਗੱਲਾਂ ਨੇ ਵੀ ਦਬਾਅ ਨਹੀਂ ਹੈ, ਦਬਾਅ ਹੁੰਦਾ। ਦਵਿੰਦਰ ਸਿੰਘ ਜਿਹੜਾ ਬੱਚਾ ਉਸ ਦਿਨ ਘਰ ਸੀ ਆਪਣੇ, 8 ਮਹੀਨੇ ਤੋਂ ਮੇਰੇ ਨਾਲ ਹੈ ਨਹੀਂ। 8 ਮਹੀਨੇ ਬਾਅਦ ਉਹਨੂੰ ਘਰੋਂ ਚੱਕ ਕੇ ਮਤਲਬ ਉਹਨੂੰ ਤੇ ਨਾਲ ਕਿ ਸ਼ੋਅ ਕੀਤਾ ਜਾਂਦਾ ਵੀ ਇਹਨਾਂ ਨੂੰ ਅਸੀਂ ਨਾਕੇ ਤੋਂ ਫੜਿਆ ਮੋਹਾਲੀ ਜਾਂਦਾ, ਮੈਨੂੰ ਕਿਸੇ ਘਰ ਤੋਂ ਅਰੈਸਟ ਕੀਤਾ ਜਾਂਦਾ। ਮੈਂ ਬੈਠਾ ਹੁੰਦਾ ਉੱਥੇ ਤੇ ਉਹਨੂੰ ਘਰੋਂ 7:30 ਵਜੇ ਲੈ ਕੇ ਜਾਂਦੇ ਨੇ ਤੇ ਸ਼ੋਅ ਸਾਨੂੰ ਇਕੱਠਿਆਂ ਨੂੰ ਕਰਦੇ ਨੇ ਵੀ ਇਕੱਠਿਆਂ ਨੂੰ ਫੜਿਆ ਗਿਆ। ਤੇ 120 ਵੀ ਪਲਾਨਿੰਗ ਵੀ ਜਿਹੜਾ ਮੇਰੇ 'ਤੇ ਇਹਨਾਂ ਨੇ ਐਲੀਗੇਸ਼ਨ ਲਾਏ ਨੇ, ਉਹ ਬੜੇ ਸੈਂਸਿਟਿਵ ਮੁੱਦਾ ਹੈ ਵੀ ਕੋਈ ਮਜ਼ਾਕ ਉਹਨਾਂ ਵਾਸਤੇ ਮਜ਼ਾਕ ਹੋਏਗਾ ਪਰ ਮੇਰੇ ਵਾਸਤੇ ਨਹੀਂ। ਮੇਰੀ ਇਹਨੇ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਹਾਂ। ਗੁਰੂ ਪਿਆਰਿਓ, ਤੁਸੀਂ ਸਭ ਜਾਣਦੇ ਹੋ ਕਿ ਅੱਜ ਤੋਂ 2 ਮਹੀਨੇ ਪਹਿਲਾਂ ਬਿਨਾਂ ਮਤਲਬ ਤੋਂ ਭਾਈ ਬਲਜਿੰਦਰ ਸਿੰਘ ਪਰਵਾਨਾ ਜੀ ਦੇ ਉੱਤੇ ਕਈ ਇਲਜ਼ਾਮ ਲਗਾ ਕੇ ਬੜੇ ਫਿਲਮੀ ਅੰਦਾਜ਼ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਸੀ ਮੋਹਾਲੀ ਤੋਂ। ਉਸ ਤੋਂ ਬਾਅਦ ਬੜੇ ਐਲੀਗੇਸ਼ਨ ਲਗਾਏ ਗਏ, ਧਾਰਾਵਾਂ ਲਾਈਆਂ ਗਈਆਂ, ਪੇਸ਼ੀਆਂ ਹੋਈਆਂ। ਹਰ ਪੇਸ਼ੀ ਦੇ ਵਿੱਚ ਪਰਿਵਾਰ ਨੂੰ, ਸਿੱਖ ਕੌਮ ਨੂੰ ਇੱਕ ਝਟਕਾ ਹੀ ਲੱਗਦਾ ਸੀ ਕਿ ਅੱਜ ਅਸਲੇ ਦਾ ਮਾਮਲਾ ਨਿਕਲ ਕੇ ਆਇਆ। ਅੱਜ ਰਾਜਸਥਾਨ ਦੇ ਵਿੱਚ ਇਹ ਪਤਾ ਲੱਗਿਆ ਕਿ ਸਰਹੱਦ ਦੇ ਉੱਤੇ ਹਥਿਆਰ ਦੱਬੇ ਹੋਏ ਨੇ। ਘਰੇ ਛਾਪੇਮਾਰੀ ਹੋਈ ਤੇ ਘਰੇ ਟਾਈਲਾਂ ਤੱਕ ਆ ਕੇ ਬਾਥਰੂਮਾਂ ਦੀਆਂ, ਰਸੋਈ ਦੀਆਂ ਪੀਪੇ ਤੱਕ ਖਾਲੀ ਕਰਕੇ ਦੇਖੇ ਗਏ। ਪਰ ਹੱਥ ਕੀ ਲੱਗਿਆ? 2 ਮਹੀਨੇ ਜੇਲ੍ਹ ਦੇ ਵਿੱਚ ਕਿੱਦਾਂ ਬਿਤਾਏ? ਕਿ ਵਾਕਈ ਹੀ ਇਹਨਾਂ ਨੇ ਕੋਈ ਗੁਨਾਹ ਕੀਤਾ ਸੀ ਜਾਂ ਸਿਰਫ ਸੁਧੀਰ ਸੂਰੀ ਨੇ ਜੋ ਬਕਵਾਸ ਕੀਤੀ ਸੀ ਤੇ ਜਿਹੜੇ ਪੋਸਟਰ ਪਾੜੇ ਗਏ ਸੀ ਜੋ ਸਿੱਖ ਕੌਮ ਦੇ ਖਿਲਾਫ ਲੱਗੇ ਸੀ, ਸ਼ਹੀਦਾਂ ਦੇ ਖਿਲਾਫ ਲੱਗੇ ਸੀ, ਉਸ ਨੂੰ ਅੰਜਾਮ ਦੇਣ ਵਾਸਤੇ ਇੱਕ ਸਜ਼ਾ ਲਾਈ ਗਈ ਇੱਕ ਹੋਰ ਸਿੰਘ ਨੂੰ। ਬੇਕਸੂਰੇ ਸਿੰਘ ਪਹਿਲਾਂ ਵੀ ਸੈਂਕੜੇ ਜੇਲ੍ਹਾਂ ਦੇ ਵਿੱਚ ਤਸ਼ੱਦਦ ਝੇਲ ਰਹੇ ਨੇ। ਉੱਦਾਂ ਹੀ ਕਿਤੇ ਨਾ ਕਿਤੇ ਜ਼ਿਹਨ ਦੇ ਵਿੱਚ ਇਹ ਆਉਂਦਾ ਸੀ ਕਿ ਇੱਕ ਹੋਰ ਕੌਮ ਦਾ ਯੋਧਾ ਜਿਹੜਾ ਹੈ, ਜੋ ਹੱਕ ਸੱਚ ਦੀ ਆਵਾਜ਼ ਚੱਕਦਾ ਹੈ, ਲੜਦਾ ਹੈ ਹੱਕ ਸੱਚ ਵਾਸਤੇ, ਗਰੀਬ ਗੁਰਬਿਆਂ ਦੀ ਸੇਵਾ ਕਰਦਾ ਹੈ, ਉਸ ਨੂੰ ਚੱਕ ਕੇ ਜੇਲ੍ਹ 'ਚ ਡੱਕ ਦਿੱਤਾ ਗਿਆ। ਖਬਰੇ ਛੱਡਣਗੇ ਹੁਣ ਜਾਂ ਨਹੀਂ ਛੱਡਣਗੇ, UAPA ਲਾਉਣ ਤੱਕ ਦੀ ਨੌਬਤ ਆ ਗਈ ਸੀ, ਜੋ ਕਿ ਵਕੀਲਾਂ ਤੋਂ ਹੀ ਖਬਰਾਂ ਬਾਹਰ ਤੱਕ ਆ ਰਹੀਆਂ ਸੀ। ਪਰ ਉਸ ਪਰਮਾਤਮਾ ਦਾ ਚਮਤਕਾਰ ਦੇਖੋ, ਸੰਗਤ ਦੀ ਅਰਦਾਸ ਦਾ ਅਸਰ ਦੇਖੋ, ਬਾਣੀ ਦੀ ਤਾਕਤ ਦੇਖੋ। ਇਹ ਉਹਨਾਂ ਨੂੰ ਕਹਿ ਰਿਹਾ ਹੈ ਜੋ ਕਹਿੰਦੇ ਨੇ ਕਿ ਕੌਤਕ ਨਹੀਂ ਹੁੰਦੇ। ਤਾਂ ਮੈਂ ਕਹਾਂਗਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਰਦਾਸਾਂ ਕਬੂਲੀਆਂ ਗਈਆਂ ਤੇ ਅੱਜ ਬਲਜਿੰਦਰ ਸਿੰਘ ਜੀ ਪਰਵਾਨਾ ਸਾਡੇ ਵਿੱਚ ਨੇ, ਸਾਡੇ ਨਾਲ ਨੇ। ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਗੱਲਬਾਤ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਵਾਨਾ ਜੀ, ਸ਼ੁਰੂਆਤ ਮੈਂ ਇੱਥੋਂ ਹੀ ਕਰਾਂਗਾ ਕਿ ਦੁਨੀਆ ਜਾਣਦੀ ਹੈ ਵੀ ਜੋ ਕੁਝ ਸੁਧੀਰ ਸੂਰੀ ਨੇ ਬੋਲਿਆ ਸੀ ਤੁਸੀਂ ਠੋਕ ਕੇ ਜਵਾਬ ਦਿੱਤਾ। ਕੌਮ ਦੇ ਵਿੱਚ ਕਿਸੇ ਦੇ ਜ਼ਿਹਨ ਦੇ ਵਿੱਚ ਨਹੀਂ ਆਇਆ ਕਿ ਅਸੀਂ ਜਵਾਬ ਦੇਣਾ ਹੈ। ਤੁਸੀਂ ਪੋਸਟਰ ਪਾੜਿਆ, ਜਵਾਬ ਦਿੱਤਾ ਤੇ ਪੁਲਿਸ ਨੂੰ ਮੈਨੂੰ ਇਹ ਵੀ ਪਤਾ ਕਿ ਤੁਸੀਂ ਪਹਿਲਾਂ ਇਨਫੋਰਮ ਕਰ ਚੁੱਕੇ ਸੀ। ਫਿਰ ਉਸ ਤੋਂ ਬਾਅਦ ਤੁਹਾਨੂੰ ਚੱਕ ਲਿਆ ਜਾਂਦਾ ਹੈ। ਤੁਸੀਂ ਕੀ ਸੋਚਦੇ ਹੋ ਕਿ ਇਹ ਸਾਰੀ ਦੀ ਸਾਰੀ ਜਿਹੜੀ ਗੇਮ ਇੱਕ ਖੇਡੀ ਗਈ, ਇਹਦੇ ਪਿੱਛੇ ਸੂਤਰਧਾਰ ਕੌਣ ਸੀ? ਦੇਖੋ ਜੀ, ਸੂਤਰਧਾਰ ਤਾਂ ਦੇਖੋ ਮੈਂ ਸਪਸ਼ਟ ਰੱਖਣਾ ਕਹਾਂਗਾ ਪੰਜਾਬ ਸਰਕਾਰ ਦਾ ਹੀ ਸਿਰ 'ਤੇ ਸਿਹਰਾ ਜਾਂਦਾ, ਕਿਉਂਕਿ ਗੌਰਮੈਂਟ ਤਾਂ ਪੰਜਾਬ ਦੇ ਵਿੱਚ ਜੇ ਕੋਈ ਵੀ ਗੱਲਬਾਤ ਹੋਊਗੀ ਤਾਂ ਸਰਕਾਰ ਦੇ ਧਿਆਨ ਦੇ ਵਿੱਚ, ਤਾਂ ਮੰਤਰੀਆਂ ਦੇ ਜਾਂ ਜੋ ਵੀ ਜ਼ਿੰਮੇਵਾਰ ਹੁੰਦੇ ਉਹਨਾਂ ਦੇ ਧਿਆਨ 'ਚ ਹੁੰਦੀ ਹੈ। ਸੋ ਇਹਦਾ ਰੀਜ਼ਨ ਤਾਂ ਪੋਸਟਰ ਪਾੜਨਾ ਵੀ ਹੈ, ਦੂਜਾ ਕਿਸਾਨੀ ਸੰਘਰਸ਼ ਦੇ ਦੌਰਾਨ ਕੀਤੀਆਂ ਸੇਵਾਵਾਂ ਵੀ ਜਿਹੜਾ ਇੱਕ ਦਾ ਵੱਡਾ ਰੀਜ਼ਨ ਹੈ। ਕਿਉਂਕਿ ਸੈਂਟਰ ਦੇ ਵਿੱਚ ਕਿਤੇ ਨਾ ਕਿਤੇ ਭਾਜਪਾ ਸਰਕਾਰ ਦਾ ਜਿਵੇਂ ਕਹਿ ਦਈਏ ਵੀ ਕੈਪਟਨ ਦੇ ਉੱਪਰ ਉਹਦਾ ਦਬਾਅ ਨਹੀਂ ਜਾਂ ਕਾਂਗਰਸ ਦਾ ਦਬਾਅ ਨਹੀਂ, ਝੂਠ ਹੋਊਗਾ, ਬਹੁਤ ਦਬਾਅ ਹੈ। ਇਹ ਕਹਿਣ ਦੀਆਂ ਗੱਲਾਂ ਨੇ ਵੀ ਦਬਾਅ ਨਹੀਂ ਹੈ, ਦਬਾਅ ਹੁੰਦਾ। ਸੋ ਇੱਕ ਵੱਡਾ ਰੀਜ਼ਨ ਜਿਹੜਾ ਹੈ ਉਹ ਸੇਵਾਵਾਂ ਨੇ, ਜਿਹਦੇ ਕਰਕੇ ਆਹ ਦਿਨ ਜਿਹੜੇ ਸਾਨੂੰ ਦੇਖਣੇ ਪਏ। ਕੋਈ ਨਹੀਂ, ਦਿਨ ਚੰਗੇ ਮਾੜੇ ਜਿਹੜੇ ਨੇ ਹਰੇਕ ਇਨਸਾਨ 'ਤੇ ਆਉਂਦੇ ਨੇ। ਸੋ ਉਹਨਾਂ ਦਾ ਜਿਹੜਾ ਮੈਨੂੰ ਲੱਗਦਾ ਵੀ ਹੌਸਲਾ ਕਰਕੇ ਲੜਨਾ ਜਿਹੜਾ ਉਹ ਦਿਨਾਂ ਨੂੰ, ਮਾੜੇ ਦਿਨਾਂ ਨੂੰ ਦੂਰ ਲੈ ਕੇ ਜਾਂਦਾ।
ਸੋ ਜਿੱਥੇ ਮੈਂ ਇਹਨਾਂ ਦਿਨਾਂ ਦੇ ਨਾਲ ਲੜਨ ਦੀ ਕੋਸ਼ਿਸ਼ ਕੀਤੀ ਆ, ਉਸ ਤੋਂ ਵੱਧ ਇਹਨਾਂ ਦਿਨਾਂ ਦੇ ਨਾਲ ਮੇਰਾ ਪਰਿਵਾਰ ਲੜਿਆ, ਜਿਹੜਾ ਮੈਨੂੰ ਸੰਗਤ ਲੜੀ ਆ, ਹੈ ਨਾ। ਅਤੇ ਮੇਰਾ ਵੀਰ ਛੋਟਾ ਮਤਲਬ ਮਨਜੋਤ ਸਿੰਘ ਤਲਵੰਡੀ ਜਿਹੜਾ 150 ਬਜ਼ੁਰਗਾਂ ਨੂੰ ਸਾਂਭਦਾ ਹੈ, ਮੰਦਬੁੱਧੀਆਂ ਨੂੰ ਸਾਂਭਦਾ, ਅਤੇ ਇੱਥੇ ਹੀ ਉਦੋਂ ਦਾ ਚੌਂਕੜਾ ਮਾਰ ਕੇ ਉਦੋਂ ਦਾ ਹੀ ਡੇਰੇ ਲਾਏ ਹੋਏ ਨੇ। ਸੋ ਇਹਨਾਂ ਦੀ ਜਿਹੜੀ ਮਿਹਨਤ ਆ ਉਹ 2 ਮਹੀਨੇ ਵਿੱਚ ਰੰਗ ਲਿਆਈ ਆ, ਕਿਉਂਕਿ ਜਿਹੜੇ ਐਲੀਗੇਸ਼ਨ ਲੱਗੇ ਸੀ ਮੇਰੇ 'ਤੇ, ਉਹ ਐਲੀਗੇਸ਼ਨ ਸਰ ਪ੍ਰੂਵ ਵੀ ਤੇ ਕਰਨੇ ਹੁੰਦੇ ਨਾ, ਇਕੱਲੇ ਐਲੀਗੇਸ਼ਨ ਲਾਉਣ ਨਾਲ ਨਹੀਂ ਕੁਝ ਹੋ ਜਾਂਦਾ, ਐਲੀਗੇਸ਼ਨ ਪ੍ਰੂਵ ਕਰਨੇ ਵੀ ਜਿਹੜੇ ਬੜੀ ਟੋਟਲ ਕਿਹੜੇ ਐਲੀਗੇਸ਼ਨਸ ਤੁਹਾਡੇ ਲੱਗੇ ਸੀ ਜਿੰਨੇ ਕਿ ਸਾਨੂੰ ਐਲੀਗੇਸ਼ਨ ਦੇਖੋ ਜੀ, ਉਹਨਾਂ ਨੇ ਹੇਟ ਸਪੀਚ ਦਾ ਲਾਇਆ ਸੀਗਾ ਵੀ ਸਪੀਚ ਜਿਹੜੀ ਹੇਟ ਹੈ। ਹੁਣ ਹੇਟ ਸਪੀਚਾਂ ਤਾਂ ਦੂਜੇ ਵੀ ਜਥੇਬੰਦੀਆਂ ਨੇ ਬਹੁਤ ਦਿੰਦੇ ਨੇ। ਫਿਰ ਦੰਗੇ ਭੜਕਾਉਣ ਦੀ ਅਤੇ ਦੂਜੀ 120 ਵੀ ਹੁੰਦੀ ਆ ਪਲਾਨਿੰਗ, ਉਹ ਹੁੰਦੀ ਆ ਜਦੋਂ ਕੋਈ ਨਾਲ ਬੰਦਾ ਵੀ ਪਾਇਆ ਜਾਂਦਾ। ਅਤੇ ਸੱਜਣ ਮੇਰੇ ਨਾਲ ਉਹ ਪਾਇਆ ਗਿਆ ਵੀ ਦਵਿੰਦਰ ਸਿੰਘ ਜਿਹੜਾ ਬੱਚਾ ਉਸ ਦਿਨ ਘਰ ਸੀ ਆਪਣੇ, 8 ਮਹੀਨੇ ਤੋਂ ਮੇਰੇ ਨਾਲ ਹੈ ਨਹੀਂ। 8 ਮਹੀਨੇ ਬਾਅਦ ਉਹਨੂੰ ਘਰੋਂ ਚੱਕ ਕੇ ਮਤਲਬ ਉਹਨੂੰ ਅਤੇ ਨਾਲ ਕਿ ਸ਼ੋਅ ਕੀਤਾ ਜਾਂਦਾ ਵੀ ਇਹਨਾਂ ਨੂੰ ਅਸੀਂ ਨਾਕੇ ਤੋਂ ਫੜਿਆ ਮੋਹਾਲੀ ਜਾਂਦਾ, ਮੈਨੂੰ ਕਿਸੇ ਘਰ ਤੋਂ ਅਰੈਸਟ ਕੀਤਾ ਜਾਂਦਾ, ਮੈਂ ਬੈਠਾ ਹੁੰਦਾ ਉੱਥੇ, ਅਤੇ ਉਹਨੂੰ ਘਰੋਂ 7:30 ਵਜੇ ਲੈ ਕੇ ਜਾਂਦੇ ਨੇ, ਅਤੇ ਸ਼ੋਅ ਸਾਨੂੰ ਇਕੱਠਿਆਂ ਨੂੰ ਕਰਦੇ ਨੇ ਵੀ ਇਕੱਠਿਆਂ ਨੂੰ ਫੜਿਆ ਗਿਆ। ਅਤੇ 120 ਵੀ ਪਲਾਨਿੰਗ ਵੀ ਜਿਹੜਾ ਮੇਰੇ 'ਤੇ ਇਹਨਾਂ ਨੇ ਐਲੀਗੇਸ਼ਨ ਲਾਏ ਨੇ, ਉਹ ਬੜੇ ਸੈਂਸੀਟਿਵ ਮੁੱਦਾ ਹੈ ਵੀ ਕੋਈ ਮਜ਼ਾਕ ਉਹਨਾਂ ਵਾਸਤੇ ਮਜ਼ਾਕ ਹੋਏਗਾ, ਪਰ ਮੇਰੇ ਵਾਸਤੇ ਨਹੀਂ। ਮੇਰੀ ਇਹਨੇ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ। ਉਹ ਇਸ ਕਰਕੇ ਕਿਉਂਕਿ ਮੈਂ ਹਿੰਦੂ ਸਿੱਖ ਭਾਈਚਾਰੇ ਵਾਸਤੇ ਬੜਾ ਕੰਮ ਕਰਦਾ, ਹਿੰਦੂ ਮੁਸਲਿਮ ਸਿੱਖ ਭਾਈਚਾਰੇ ਵਾਸਤੇ ਬੜਾ ਕੰਮ ਕਰਦਾ। ਬਹੁਤ ਹਿੰਦੂ ਭਰਾ ਜਿਹੜੇ ਨੇ ਮੇਰੇ ਵਾਸਤੇ ਜਾਨ ਵਾਰਦੇ ਨੇ। ਮੇਰੇ ਵਿਸ਼ਾਲ ਨਾਥ ਜੀ ਤੁਹਾਡੇ ਸਾਹਮਣੇ ਬੈਠੇ ਹੋਏ ਨੇ, ਕਿ ਹਿੰਦੂ ਨੇਤਾ ਨੇ, ਹਿੰਦੂ ਲੀਡਰ ਨੇ, ਹਿੰਦੂ ਸਮਾਜ ਨੂੰ ਰਿਪਰੈਜ਼ੈਂਟ ਕਰਦੇ ਨੇ, ਇਹ ਮੇਰੇ ਵਾਸਤੇ ਲੜਨ ਮਨ ਉੱਥੇ ਤਿਆਰ ਬੈਠੇ ਨੇ। ਲਖਵਿੰਦਰ ਸਰੀਨ ਵੀਰਾ ਹੈ, ਹੋਰ ਬੜੀਆਂ ਜਥੇਬੰਦੀਆਂ ਨੇ। ਸੋ ਇਹਨਾਂ ਨੇ ਜਿਹੜਾ ਮੈਂ 'ਤੇ ਐਲੀਗੇਸ਼ਨ ਲਾ ਦਿੱਤਾ ਵੀ ਪਰਵਾਨੇ ਨੇ ਇਹ ਪਲਾਨਿੰਗ ਕੀਤੀ ਸੀ ਵੀ ਇੱਕ ਗਊਆਂ ਦੀਆਂ ਪੁੱਛਾਂ ਵੱਢ ਕੇ ਜਿਹੜੇ ਮੰਦਰ ਸੱਟਾਂਗੇ। ਸੋ ਭਾਜੀ ਇਹ ਆਪਣੇ ਆਪ ਦੇ ਵਿੱਚ ਝੰਜੋੜਨ ਵਾਲਾ ਹੈ ਵੀ ਸਾਡਾ ਇੰਨਾ ਪਿਆਰ ਮੰਦਰਾਂ ਨਾਲ, ਇੰਨਾ ਪਿਆਰ ਪੁਜਾਰੀ ਨਾਲ, ਸਾਡਾ ਇੰਨਾ ਪਿਆਰ ਹਿੰਦੂ ਭਾਈਚਾਰਾ, ਸਾਡਾ ਇੰਨਾ ਸੀ। ਸਾਡੇ ਰਾਜਪੁਰ ਵਿੱਚ ਅੱਧਾ ਰਾਜਪੁਰ ਸਾਡਾ ਹਿੰਦੂ ਸਮਾਜ ਨਾਲ ਬਹਾਵਲਪੁਰ ਨਾਲ ਭਰਿਆ ਪਿਆ। ਅਸੀਂ ਉਹਨਾਂ ਦੇ ਘਰ ਜਗਰਾਤਿਆਂ ਜਾਂਦੇ ਹਾਂ, ਕੋਈ ਚੋਰੀ ਹੁੰਦੀ ਜਾਂਦੇ ਹਾਂ, ਸਾਡੇ ਘਰ ਉਹ ਗੁਰੂ ਗ੍ਰੰਥ ਸਾਹਿਬ ਦਾ ਮੱਥਾ ਟੇਕਣ ਨੂੰ ਪਾਠ ਹੁੰਦਾ, ਉਹ ਆਉਂਦੇ ਨੇ। ਭਾਈਚਾਰਾ ਬਣਿਆ ਹੋਇਆ ਸਾਡਾ। ਕੋਈ ਘਰ ਉਹਨਾਂ ਦੇ ਕੋਈ ਚੋਰੀ ਹੁੰਦੀ ਆ, ਪ੍ਰਸ਼ਾਦਾ ਵਿਸ਼ਕਰਨ ਅਸੀਂ ਜਾਂਦੇ ਹਾਂ, ਕਿਉਂਕਿ ਪਿਆਰ ਹੈ ਨਾ। ਸੋ ਹਾਂ ਅਸੀਂ ਆਪਣੇ ਧਰਮ ਦੇ ਹੁਣ ਵੀ ਤੁਸੀਂ ਜਾਓਗੇ ਜਦ ਇਹ ਐਲੀਗੇਸ਼ਨ ਲੱਗ ਗਏ ਆ? ਐਲੀਗੇਸ਼ਨ ਲੱਗੇ ਨੇ। ਮੈਂ ਹੁਣ ਦੇਖੋ ਜੇ ਕੋਈ ਮੈਨੂੰ ਬੜਾ ਪਿਆਰ ਨਾਲ ਬੁਲਾਊਗਾ ਤਾਂ ਕੋਸ਼ਿਸ਼ ਕਰਾਂਗਾ, ਪਰ ਮੈਨੂੰ ਸ਼ਾਇਦ ਲੱਗਦਾ ਵੀ ਮੈਂ ਮੰਦਰਾਂ ਤੋਂ ਜਾਣ ਤੋਂ ਹੁਣ ਅਵੋਇਡ ਕਰੂੰਗਾ, ਕਿਉਂਕਿ ਜਿਹੜੇ ਐਲੀਗੇਸ਼ਨ ਲਾਏ ਨੇ ਹੁਣ ਕੋਈ ਵੀ ਆ ਕੇ ਜੇ ਮੰਨ ਲਓ ਮੇਰੇ ਪੋਸਟਰ ਲਾਏ ਨੇ, ਮੈਂ ਵਿਰੋਧ 'ਚ ਆ ਕੇ ਪਾੜ ਸਕਦਾ, ਅਤੇ ਮੇਰੇ 'ਤੇ ਵੀ ਤਾਂ ਹੁਣ ਕੋਈ ਹਮਲਾ ਹੋ ਸਕਦਾ ਕਿਸੇ ਵੀ ਹਿੰਦੂ ਵੱਲੋਂ ਵੀ ਸਾਡੇ ਮੰਦਰਾਂ 'ਚ ਤੂੰ ਗਊ ਦੀ ਪੂਜਾ ਕਰਨੀ ਆ। ਸੀ ਮੇਰੇ ਪਰਿਵਾਰ 'ਤੇ ਵੀ ਹਮਲਾ ਹੋ ਸਕਦਾ, ਮੇਰੇ ਬੱਚਿਆਂ 'ਤੇ ਹਮਲਾ, ਮੇਰੇ ਬੱਚੇ ਸਕੂਲ ਜਾਂਦੇ ਨੇ, ਮੇਰੇ ਮਾਂ-ਪਿਓ 'ਤੇ ਹਮਲਾ ਹੋ ਸਕਦਾ ਹੈ। ਸੋ ਇਹਦਾ ਜ਼ਿੰਮੇਵਾਰ ਕੌਣ ਆ? ਸੋ ਮੈਂ ਤਾਂ ਹੁਣ ਪੁਲਿਸ ਪ੍ਰਸ਼ਾਸਨ ਨੂੰ, ਸਰਕਾਰ ਨੂੰ ਬੇਨਤੀ ਕਰੂੰਗਾ ਵੀ ਜਿੱਥੇ ਮਤਲਬ ਸਾਡੀ ਜ਼ਿੰਮੇਵਾਰੀ ਜਿਹੜੀ ਪਰਿਵਾਰ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਨੂੰ ਲੈਣੀ ਪੈਣੀ ਹੈ। ਹੁਣ ਮੇਰੀ ਜ਼ਿੰਮੇਵਾਰੀ ਵੀ ਪ੍ਰਸ਼ਾਸਨ ਨੂੰ ਲੈਣੀ ਪੈਣੀ ਹੈ ਵੀ ਜੇ ਉਹਨਾਂ ਦੀ ਤੁਸੀਂ ਰੱਖਿਆ ਕਰ ਸਕਦੇ ਹੋ, ਸ਼ਿਵ ਸੈਨਾ ਵਾਲਿਆਂ ਦੀ, ਉਹਨਾਂ ਨੂੰ ਤੁਸੀਂ ਸਿਕਿਉਰਿਟੀ ਦਿੰਦੇ ਹੋ, ਤਾਂ ਸ਼ਾਇਦ ਮੇਰੀ ਵੀ ਹੁਣ ਪਰਿਵਾਰ ਦੀ ਜਿਹੜੀ ਰੱਖਿਆ, ਕਿਉਂਕਿ ਮੈਂ 24 ਘੰਟੇ ਪਰਿਵਾਰ ਨਾਲ ਨਹੀਂ ਰਹਿੰਦਾ। ਸੋ ਮੇਰੇ ਪਰਿਵਾਰ 'ਤੇ ਵੀ ਹਮਲਾ ਹੋ ਸਕਦਾ ਹੈ, ਮੇਰੇ ਪਰਿਵਾਰ 'ਤੇ ਵੀ ਕੋਈ ਇੱਥੇ ਹਥਿਆਰ ਲੈ ਕੇ ਆ ਸਕਦਾ, ਕੋਈ ਅਸਲਾ ਲੈ ਕੇ ਆ ਸਕਦਾ, ਕਿਸੇ ਤਰ੍ਹਾਂ ਅਸੀਂ ਬਾਹਰ ਜਾਂਦੇ ਹਾਂ ਸਾਡੇ 'ਤੇ ਕੋਈ ਹਮਲਾ ਹੋ ਸਕਦਾ, ਕਿਉਂਕਿ ਇਹ ਬੜਾ ਸੈਂਸਿਟਿਵ ਮੁੱਦਾ ਹੈ ਵੀ ਗਊਆਂ ਦੀਆਂ ਪੁੱਛਾਂ ਜਿਹੜੀਆਂ ਕੱਟ ਕੇ ਸੱਟਣੀਆਂ, ਅਤੇ ਕੋਈ ਵੀ ਹਿੰਦੂ ਦਾ ਦਿਮਾਗ ਭੜ ਸਕਦਾ ਅਤੇ ਸਾਡੇ ਨਾਲ ਉਹ ਕੋਈ ਵੀ ਕੰਮ ਕਰ ਸਕਦਾ ਅਗਿਆਨਤਾ ਕਰਕੇ, ਕਿਉਂਕਿ ਕਿਸੇ ਨੂੰ ਨਹੀਂ ਪਤਾ ਕਿ ਪਰਵਾਨਾ ਜੀ ਵਾਕਈ ਇਹ ਕੰਮ ਕੀਤਾ ਜਾਂ ਨਹੀਂ ਕੀਤਾ। ਪਰ ਹੇਟ ਜਾ ਕੇ ਥੋੜ੍ਹੀ ਜਿਹੀ ਆਪਣਾ ਮੈਂ ਸਪਸ਼ਟੀਕਰਨ ਦੇ ਸਕਦਾ ਵੀ ਇਕੱਲੇ ਜਾ ਕੇ ਥੋੜ੍ਹੀ ਸਮਝਾ ਸਕਦਾ, 2-2 ਘੰਟੇ ਮੱਥਾ ਥੋੜ੍ਹੀ ਮਾਰ ਸਕਦਾ। ਸੋ ਇਸ ਕਰਕੇ ਬਟ ਅਗਰ ਹੇਟ ਸਪੀਚ ਦੀ ਗੱਲ ਕੀਤੀ ਜਾਵੇ ਤਾਂ ਸੁਧੀਰ ਸੂਰੀ ਦੀਆਂ ਬੜੀਆਂ ਸਪੀਚਸ ਪਈਆਂ ਹੋਈਆਂ ਨੇ, ਈਵਨ ਮੇਰੇ ਚੈਨਲ ਦੇ ਉੱਤੇ ਬੜੀਆਂ ਪਈਆਂ ਨੇ, ਅਤੇ ਜਿੱਦਾਂ ਉਹ ਸਪੀਚਸ ਦਿੰਦੇ ਨੇ ਉਸ ਤੋਂ ਵੱਧ ਤਾਂ ਹੇਟ ਸਪੀਚ ਹੋ ਹੀ ਨਹੀਂ ਸਕਦੀ ਕਿ ਤੁਸੀਂ ਮਹਿੰਗੇ ਮੋਬਾਈਲ ਨਾ ਲਓ, ਤੁਸੀਂ ਆਪਣੇ ਮਹਿੰਗੇ ਮੋਟਰਸਾਈਕਲ ਨਾ ਲਓ, ਤੁਸੀਂ ਹਥਿਆਰ ਲਓ, ਲਾਇਸੈਂਸ ਮੈਂ ਬਣਾ ਕੇ ਦੇਣਾ। ਜਦੋਂ ਅਸੀਂ ਸਵਾਲ ਸਰਕਾਰਾਂ ਤੋਂ ਇਹੋ ਜਿਹੇ ਪੁੱਛਦੇ ਹਾਂ ਵੀ ਸੂਰੀ ਵਰਗੇ ਨੂੰ ਇਹੋ ਜਿਹੀ ਕਿਹੜੀ ਅਥਾਰਟੀ ਦਿੱਤੀ ਹੋਈ ਹੈ ਵੀ ਉਹ ਲਾਇਸੈਂਸ ਬਣਾ ਕੇ ਹਥਿਆਰਾਂ ਦੇ ਸਕਦਾ ਹੈ, ਇਹ ਹੇਟ ਸਪੀਚ ਦੇ ਵਿੱਚ ਨਹੀਂ ਆਉਂਦਾ? ਕਿਸੇ ਨੇ ਕੋਰਟ ਦੇ ਵਿੱਚ ਅਜਿਹੀ ਗੱਲ ਨਹੀਂ ਰੱਖੀ? ਦੇਖੋ ਹੇਟ ਸਪੀਚ ਵਿੱਚ ਆਉਂਦਾ ਤਾਂ ਹੈ, ਪਰ ਉਹ ਸਰਕਾਰ ਵੱਲੋਂ ਮਨਜ਼ੂਰ, ਜਿਵੇਂ ਕਹਿੰਦਾ ਲਾਟਰੀ ਜਿਹੜੀ ਹੁੰਦੀ ਹੈ ਮਨਜ਼ੂਰਸ਼ੁਦਾ ਲਾਟਰੀ, ਸਰਕਾਰ ਵੱਲੋਂ ਮਨਜ਼ੂਰਸ਼ੁਦਾ, ਇਸ ਤਰ੍ਹਾਂ ਉਹ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੇਟ ਸਪੀਚਰ ਨੇ। ਸੋ ਉਹ ਹੇਟ ਸਪੀਚ ਕਰ ਸਕਦੇ ਨੇ ਕਿਉਂਕਿ ਉਹਨਾਂ ਨੂੰ ਮਾਨਤਾ ਪ੍ਰਾਪਤ ਨੇ। ਉਹ ਅਨਰਜਿਸਟਰਡ ਨਹੀਂ ਹੈਗੇ, ਮੈਂ ਰਜਿਸਟਰਡ ਨਹੀਂ ਹੈਗਾ। ਕਿਉਂ? ਕਿਉਂਕਿ ਮੈਂ ਸਰਕਾਰ ਦੇ ਦਬਾਅ ਹੇਠ ਨਹੀਂ, ਸਰਕਾਰ ਦੇ ਕਹਿਣ 'ਤੇ ਨਹੀਂ ਚੱਲਦਾ। ਜੋ ਸਰਕਾਰ ਅਕਾਲੀ ਕਰਨ ਅਕਾਲੀ ਨੂੰ ਬੋਲੀਦਾ, ਆਮ ਆਦਮੀ ਕਰੇ ਆਮ ਆਦਮੀ, ਸੈਂਟਰ ਬੋਲੇ ਸੈਂਟਰ, ਕਾਂਗਰਸ ਬੋਲੇ ਕਾਂਗਰਸ। ਅਸੀਂ ਤਾਂ ਹਰੇਕ ਨੂੰ ਜੋ ਗਲਤ ਕਰੇਗਾ ਬੋਲਾਂਗੇ। ਉਹਨਾਂ ਦੇ ਤਾਂ ਸੋਲੇ ਗਾਣੇ ਹੁੰਦੇ ਨੇ ਸਰਕਾਰਾਂ ਦੇ। ਸੋ ਇਸ ਕਰਕੇ ਉਹ ਮਾਨਤਾ ਪ੍ਰਾਪਤ ਹੇਟ ਸਪੀਚਰ ਨੇ। ਸੋ ਸਾਡੀਆਂ ਸਪੀਚਾਂ ਜਿਹੜੀਆਂ ਨੇ ਉਹ ਮਾਨਤਾ ਪ੍ਰਾਪਤ ਨਹੀਂ ਹੈਗੀਆਂ। ਸੋ ਬਾਕੀ ਅਕਾਲ ਪੁਰਖ ਵਾਹਿਗੁਰੂ ਜਾਣਦਾ ਜੀ। ਅਤੇ ਦੂਜਾ ਮੈਂ ਵਾਰ-ਵਾਰ ਕਹਿੰਦਾ ਹੁੰਦਾ ਵੀ ਜਿਹੜੇ ਸ਼ਿਵ ਸੈਨਾ ਜੋ ਵੀ ਬਿਠਾਏ ਨੇ ਇਹ ਸਾਡਿਆਂ ਨੇ ਬਾਏ ਨੇ, ਪੱਗਾਂ ਵਾਲਿਆਂ ਨੇ ਬਿਠਾਏ ਨੇ। ਅਕਾਲੀ ਦਲ ਦੀ ਸਰਕਾਰ ਵੇਲੇ ਕਾਮਯਾਬ ਕੀਤੇ ਨੇ, ਭਾਜਪਾ ਅਤੇ ਅਕਾਲੀ ਦਲ ਦੇ ਗੱਠਜੋੜ ਵੇਲੇ ਇਹ ਮਜ਼ਬੂਤ ਹੋਏ ਨੇ।
ਤੇ ਹੁਣ ਸਾਡੇ ਸਿਰ ਤੇ ਚੜ੍ਹ ਕੇ ਬੋਲਦੇ ਪਏ ਨੇ। ਕੋਈ ਨਹੀਂ ਜੀ, ਬਾਕੀ ਅਕਾਲ ਪੁਰਖ ਵਾਹਿਗੁਰੂ ਜਾਣਦਾ, ਸਮਾਂ ਆਏਗਾ ਜੀ ਸਭ ਦਾ। ਨਹੀਂ, ਤੁਸੀਂ ਤਾਂ ਸਿਰਫ ਸਮਾਜ ਸੇਵਾ ਕਰਦੇ ਹੋ। ਤੁਸੀਂ ਕਿੰਨੇ ਮਹੀਨੇ ਲਗਾਤਾਰ ਜਦੋਂ ਦਾ ਮੋਰਚਾ ਲੱਗਿਆ ਹੈ ਉਦੋਂ ਤੋਂ ਲੈ ਕੇ ਸੰਗਤ ਦੀ ਸੇਵਾ 'ਚ ਜੁਟੇ ਹੋ, ਪਰ ਪਤਾ ਲੱਗਦਾ ਹੈ ਕਿ ਪਰਵਾਨੇ ਦੇ ਖਾਤੇ 'ਚ ਫੰਡਿੰਗ ਬੜੀ ਡਿੱਗਦੀ ਹੈ। ਪਰਵਾਨੇ ਕੋਲ ਤਾਂ 50 ਤੋਂ ਵੱਧ ATM ਨੇ, ਉਹ ਤਾਂ ਬੜੀ ਲਗਜ਼ਰੀਅਸ ਲਾਈਫ ਜੀਂਦਾ ਹੈ। ਫਿਰ ਘਰੇ ਛਾਪੇਮਾਰੀ ਵੀ ਹੁੰਦੀ ਹੈ। ਇਹਦੇ ਵਿੱਚ ਕਿੰਨੀ ਕੀ ਸੱਚਾਈ ਹੈ? ਕਿੰਨੇ ਕੀ ATM ਨੇ? ਮੈਂ ਪਹਿਲਾਂ ਤਾਂ ਉਹੀ ਕਹਿ ਰਿਹਾ ਕਿ 50-60 ATM ਜਿੰਨੇ ਵੀ ਉਹ ਕਹਿੰਦੇ ਨੇ, ਉਹਨੇ ਕੀ ਦੇਖਣਾ ਵੀ ਚਾਹੁੰਦਾ ਆ ਕਿ ਕਿੰਨੇ ਕੀ ATM ਰੱਖੇ। ਲਗਜ਼ਰੀਅਸ ਲਾਈਫ ਦੀ ਗੱਲ ਕਰੀਏ ਤਾਂ ਮੇਰੇ ਕੋਲ 11 ਸਾਲ ਪੁਰਾਣੀ ਗੱਡੀ ਹੈ ਤੇ ਉਦੋਂ ਦੀ ਲਈ ਹੈ ਤੇ ਉਦੋਂ ਦੀ ਹੈ ਗੱਡੀ ਜਿਹੜੀ ਮੇਰੇ ਕੋਲ, ਜਿਹੜੀ ਮੇਰੀ ਪਰਸਨਲ ਮੈਂ ਚਲਾਉਣਾ 2010 11 ਮਾਡਲ ਹੈ, ਔਰ 10 ਸਾਲ ਉਦੋਂ ਦੀ ਹੈ, ਇੱਕੋ ਹੀ ਗੱਡੀ ਹੈ ਤੇ ਉਹਦੇ ਤੇ ਹੁਣ ਤੱਕ ਮੈਂ ਸਫ਼ਰ ਕਰਦਾ। ਜਥੇ ਦੇ ਗੱਡੀ ਜਿਹੜੀਆਂ ਨੇ, ਜਿਹੜੀ ਟੀਮ ਵਸ ਚੱਲਦੀਆਂ ਨੇ, ਟੈਂਪੂ ਟਰੈਵਲ ਹੈ, ਉਦੋਂ ਦੇ ਉੱਥੇ ਖੜੀ ਹੈ, ਸਾਹਮਣੇ ਖੜੀ ਹੋਈ ਉੱਥੇ, ਜਿਹੜੀ ਲਗਜ਼ਰੀਅਸ ਲਾਈਫ ਦੀ ਗੱਲ ਕਰਦੇ ਨੇ। ਤੇ ਲਗਜ਼ਰੀਅਸ ਲਾਈਫ ਜਿਹੜੀ ਹੈ ਮੈਨੂੰ ਮੇਰੇ ਫਾਦਰ ਨੇ ਦਿੱਤੀ ਹੈ। ਸਾਡਾ ਘਰ ਪਿਛਲਾ ਪਿੰਡ ਜਾ ਕੇ ਵੇਖ ਲਓ ਤੁਸੀਂ, ਉੱਥੇ ਸਾਡਾ ਰਹਿਣ ਸਹਿਣ ਵੇਖ ਲਓ, ਸਾਡੇ ਪਿੰਡ ਜਾ ਕੇ ਪੁੱਛ ਲਿਓ। ਮੇਰੇ ਫਾਦਰ ਸਾਹਿਬ 2 ਬੈਲਟਾਂ ਦੀ ਨੌਕਰੀ ਹੈ, ਏਅਰ ਫੋਰਸ ਰਿਟਾਇਰਡ। ਜਦੋਂ ਕੋਈ ਅਫਸਰ ਹੁੰਦਾ ਤੁਹਾਨੂੰ ਪਤਾ ਰਹਿਣ ਸਹਿਣ ਕਿਵੇਂ ਦਾ ਹੁੰਦਾ ਉਹਦਾ, ਆਰਮੀ ਮੈਨ ਦਾ, ਠੀਕ ਹੈ ਜੀ, ਕਿਵੇਂ ਦਾ। ਫਿਰ ਉਸ ਤੋਂ ਬਾਅਦ ਰੀਡਰ ਆਫ ADGP, 3 DGPਆਂ ਦੇ ਨਾਲ ਮੇਰੇ ਫਾਦਰ ਸਾਹਿਬ ਨੇ ਕੰਮ ਕੀਤਾ, ਡਾਇਰੈਕਟ ਇਨਡਾਇਰੈਕਟ ਤੇ ਪਤਾ ਨਹੀਂ ਕਿੰਨੇ ਅਫਸਰਾਂ ਨਾਲ ਕੰਮ ਕੀਤਾ। ਤੇ ਉਹਦੀ ਲਾਈਫ ਕਿੱਦਾਂ ਦੀ ਹੋਏਗੀ ਉਸ ਬੰਦੇ ਦੀ ਲਾਈਫ। ਅਸੀਂ ਤਾਂ ਇਹ ਤਾਂ ਮੈਂ ਕਹਿੰਦਾ ਲਾਈਫ ਮੈਂ ਜਿਉਂਦਾ ਹੀ ਨਹੀਂ। ਮੇਰੀ ਲਾਈਫ ਜੇ ਕਿਸੇ ਨੂੰ ਵੀ ਪੁੱਛਣਾ ਹੋਵੇ ਤੇ ਕਾਲਜ ਦੀ ਲਾਈਫ ਮੇਰੀ ਪੁੱਛ ਕੇ ਵੇਖ ਲਿਓ ਵੀ ਬਰਿੰਦਰ ਸਿੰਘ ਜਦੋਂ ਪਰਵਾਨਾ ਨਹੀਂ ਸੀ ਤੇ ਉਹ ਕਾਲਜ ਦੀ ਲਾਈਫ ਕਿੱਦਾਂ ਜਿਉਂਦਾ ਸੀ, ਕਾਲਜ ਦੀ ਲਾਈਫ 'ਚ ਕਿੱਦਾਂ ਰਹਿੰਦਾ ਸੀ, ਕਿਵੇਂ ਖਾਂਦਾ ਸੀ, ਕਿਵੇਂ ਪੀਂਦਾ ਸੀ, ਕਿਵੇਂ ਜਾਂਦਾ ਸੀ। ਉਹ ਲਾਈਫ ਮੇਰੀ ਪੁੱਛ ਕੇ ਵੇਖ ਲਓ। ਇਹ ਲਾਈਫ ਤਾਂ ਉਹਦੇ ਸਾਹਮਣੇ ਕੁਛ ਨਹੀਂ ਹੈਗੀ। ਹੁਣ ਤਾਂ ਤੁਹਾਨੂੰ ਰੋਟੀ ਮਿਲੇ ਲੰਗਰ ਦੀ ਤਾਂ ਹੱਥ ਮਿਲੇ ਤਾਂ ਕਿਤੇ ਮਿਲ ਗਈ, ਖਾਲੀ ਨਾ ਮਿਲੀ ਤੇ ਸਫ਼ਰ ਸਾਰਾ ਲੰਘੀ ਗਏ। ਹੁਣ ਤਾਂ ਉਹ ਲਾਈਫ ਹੀ ਕੋਈ ਨਹੀਂ ਹੈਗੀ। ਸੋ ਇਸ ਕਰਕੇ ਜਿਹੜੀ ਗੱਲ ਕਰਦੇ ਨੇ ਸਿੰਘ ਸਾਹਿਬ ਫੰਡਿੰਗ ਦੀਆਂ ਗੱਲਾਂ ਕਰਦੇ ਨੇ, ਇਹ ਤਾਂ ਮੈਂ ਕਹਿੰਦਾ ਆਟੇ 'ਚ ਲੂਣ ਦੇ ਬਰਾਬਰ ਹੈ। ਕੋਈ ਮਤਲਬ ਨੋਰਮਲ ਜਿਹੀਆਂ ਗੱਲਾਂ ਨੇ। ਤੇ ਜਿਹੜੀ ਕਹਿੰਦੇ ਨੇ 1.5 ਕਰੋੜ ਦੀ, ਮੈਂ ਕਹਿੰਦਾ 10 ਸਾਲ ਦਾ ਰਿਕਾਰਡ ਕੱਢਦੇ ਪਏ ਨੇ। ਤੇ ਮੈਂ ਕਹਿੰਦਾ ਮੇਰਾ 4 ਸਾਲ ਦਾ ਪਿਛਲਾ ਰਿਕਾਰਡ ਹੀ ਕੱਢ ਲਓ ਤੁਸੀਂ, ਰਾਸ਼ਨ ਦਾ 40-50 ਲੱਖ ਦਾ ਰਾਸ਼ਨ ਹੀ ਗਿਆ ਹੋਣਾ। ਤੇ ਮੈਨੂੰ ਇੱਕ ਵੀ ਗੱਲ ਸਿੱਧ ਕਰਦੇ ਨੇ ਅਸੀਂ ਕਿਸੇ ਕੋਲ ਪੈਸੇ ਲੈਣ ਗਏ ਆ। ਸਾਡੇ ਆਪਣੇ ਵੀ ਮਹਾਰਾਜ ਨੇ ਕੰਮ ਕਰ ਦਿੱਤੇ ਨੇ, ਮਹਾਰਾਜ ਨੇ ਸਾਨੂੰ ਵੀ ਬਹੁਤ ਵਧੀਆ ਕੰਮ ਕਰ ਦਿੱਤੇ ਨੇ, ਚੰਗੇ ਕੰਮ ਕਰ ਦਿੱਤੇ, ਇੱਜ਼ਤ ਵਾਲੇ ਕੰਮ ਕਰ ਦਿੱਤੇ ਨੇ। ਠੀਕ ਹੈ, ਅਸੀਂ ਨਹੀਂ ਸਾਹਮਣੇ ਕਰਦੇ, ਪਰ ਹੁਣ ਸਾਹਮਣੇ ਆ ਕੇ ਉਹ ਕੰਮ ਕਰਨ ਨੂੰ ਅਸੀਂ ਹਾਈਲਾਈਟ ਜਿਹੜਾ ਇਹ ਮੇਰਾ ਵੀਰ ਕਈ ਵਾਰ ਮੈਨੂੰ ਮਨਜੋਤ ਬੈਠਾ ਹੁੰਦਾ, ਕਹਿੰਦਾ ਭਾਜੀ ਇਹ ਜਦੋਂ ਨੂੰ ਪਤਾ ਲੱਗਦਾ ਨਾ ਵੀ ਮੈਂ ਆਹ ਕਰਦਾ, ਕਿਉਂਕਿ ਇਹਨੂੰ ਸਾਰਾ ਪਤਾ। ਇਹ ਭਰਾ ਹੈ ਮੇਰਾ, ਛੋਟੇ ਭਰਾ ਵਾਂਗੂ, ਮਤਲਬ ਮੈਨੂੰ ਵੱਡੇ ਭਰਾ ਨੂੰ ਪਿਆਰ ਦਿੰਦਾ। ਤੇ ਜੇ ਕਹਿੰਦਾ ਭਾਜੀ ਤੁਹਾਡੀ ਸਾਨੂੰ ਤਾਂ ਪਤਾ ਹੀ ਨਹੀਂ ਤੁਸੀਂ ਇਹ ਵੇਣਾ। ਸੋ ਇਸ ਕਰਕੇ ਹੁਣ ਥੋੜ੍ਹਾ ਜਿਹਾ ਬਿਜ਼ਨਸ ਵੱਲ ਧਿਆਨ ਦੇਵਾਂਗੇ, ਬਿਜ਼ਨਸ ਵੱਲ ਥੋੜ੍ਹਾ ਬਿਜ਼ਨਸ ਵੱਲ ਤਾਂ ਧਿਆਨ ਦਵਾਂਗੇ। ਪਰ ਜਿੱਦਾਂ ਬੰਦੀ ਸਿੰਘ ਅੰਦਰ ਅਜੇ ਤੱਕ ਸਜ਼ਾਵਾਂ ਕੱਟ ਰਹੇ ਨੇ, ਕਿੰਨੇ ਸਾਲ ਹੋ ਗਏ ਸਜ਼ਾਵਾਂ ਤੇ ਸਜ਼ਾਵਾਂ ਭੁਗਤ ਰਹੇ ਨੇ, ਪਰ ਉਹਨਾਂ ਦੀ ਰਿਹਾਈ ਦਾ ਕੋਈ ਜ਼ਰੀਆ ਨਜ਼ਰ ਹੀ ਨਹੀਂ ਆਉਂਦਾ। ਐਵੇਂ ਲੱਗਦਾ ਕਿ ਸਰਕਾਰਾਂ ਨੇ ਜਿੱਦਾਂ ਪੱਕੇ ਉਹ ਜਦੋਂ ਤੱਕ ਅਰਥੀਆਂ 'ਤੇ ਸਵਾਰ ਹੋ ਕੇ ਨਹੀਂ ਨਿਕਲਦੇ ਉਦੋਂ ਤੱਕ ਅੰਦਰ ਰੱਖਣ ਦਾ ਫੈਸਲਾ ਕਰ ਲਿਆ। ਤੇ ਇਹੀ ਚੀਜ਼ ਕਿਤੇ ਨਾ ਕਿਤੇ ਦੇਖੀ ਜਾ ਰਹੀ ਸੀ। ਹਰ ਕੋਈ ਅਰਦਾਸਾਂ ਕਰ ਰਿਹਾ ਸੀ ਘਰ ਦੇ ਵਿੱਚ ਜਦੋਂ ਤੁਹਾਨੂੰ ਅਰੈਸਟ ਕੀਤਾ ਗਿਆ ਸੀ ਕਿ ਜਲਦ ਤੋਂ ਜਲਦ ਬਰਜਿੰਦਰ ਸਿੰਘ ਪਰਵਾਨਾ ਰਿਹਾ ਹੋਣ। ਕਿਤੇ ਦੂਜੇ ਸਿੰਘਾਂ ਵਾਂਗ ਇਹਨਾਂ ਦੇ ਉੱਤੇ ਵੀ, ਕਿਉਂਕਿ ਤੁਹਾਨੂੰ ਪਤਾ ਹੈ ਕਿ ਧਾਰਾ UAPA ਦਾ ਵੀ ਬਾਹਰ ਆਇਆ ਸੀ ਕਿ ਪਰਵਾਨੇ ਉੱਤੇ UAPA ਲੱਗ ਰਹੀ ਹੈ। ਰਾਜਸਥਾਨ ਦੇ ਬਾਰਡਰ ਦੇ ਉੱਤੇ ਹਥਿਆਰ ਦੱਬੇ ਪਏ ਨੇ, ਪਾਕਿਸਤਾਨ ਦੇ ਨਾਲ ਲਿੰਕ ਨੇ। ਤੇ ਇਹ ਸਭ ਗੱਲਾਂ ਜਦੋਂ ਬਾਹਰ ਆ ਰਹੀਆਂ ਸੀ ਤਾਂ ਸਾਰੇ ਇਹੀ ਅਰਦਾਸਾਂ ਕਰ ਰਹੇ ਸੀ ਕਿ ਜਿੱਦਾਂ ਹੋਰ ਸਾਡੇ ਸਿੰਘ ਅੰਦਰ ਨੇ ਜਿਨ੍ਹਾਂ ਦੇ ਉੱਤੇ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਤਸ਼ੱਦਦ ਹੋ ਰਹੀ ਹੈ, ਕਿਤੇ ਉਹੀ ਪਰਵਾਨੇ ਨਾਲ ਨਾ ਹੋਵੇ। ਪਰ 2 ਮਹੀਨੇ 'ਚ ਤੁਸੀਂ ਬਾਹਰ ਹੋ। ਪਰ ਮੈਂ ਇਹ ਜ਼ਰੂਰ ਜਾਣਨਾ ਚਾਹਾਂਗਾ ਕਿ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਕਹਾਂਗਾ, ਪਰਵਾਨਾ ਤਾਂ ਕਿ ਪਰਵਾਨੇ ਦਾ ਇੱਕ ਚਿਹਰਾ ਹੈ, ਪਰਵਾਨੇ ਦਾ ਇੱਕ ਚਿਹਰਾ ਹੈ, ਲੋਕਾਂ ਦੇ ਵਿੱਚ ਹਾਈਲਾਈਟ ਹੈ, ਪਬਲਿਕ ਫਿਗਰ ਹੈ। ਤੇ ਤਾਂ ਸ਼ਾਇਦ ਇਹ ਲੋਕ ਮੇਰੇ ਨਾਲ ਖੜ ਗਏ, ਕਿਉਂਕਿ ਮੈਂ ਕਿਸੇ ਦੇ ਨਾਲ, ਮੈਂ ਇਹ ਨਹੀਂ ਕਿ ਕਿਸੇ ਨਾਲ ਮੁਸੀਬਤ ਵੇਲੇ ਖੜਾ ਤੇ ਮੇਰੇ ਨਾਲ ਵੀ ਖੜੇ। ਮੈਂ ਇਹ ਸੋਚ ਕੇ ਕੰਮ ਨਹੀਂ ਕਰਦਾ। ਮੈਨੂੰ ਜਿੱਦਾਂ ਚੰਗਾ ਲੱਗਦਾ ਵੀ ਇਹਨਾਂ ਖੜਨਾ, ਮਰਨਾ ਤੇ ਮਰਨਾ। ਸ਼ਾਇਦ ਤਾਂ ਇਹ ਲੋਕ ਮੇਰੇ ਨਾਲ ਆ ਗਏ, ਤਾਂ ਮੈਂ ਬਾਹਰ ਆ ਗਿਆ। ਪਰ ਰਿਐਲਿਟੀ ਇਹ ਹੈ ਵੀ ਪਰਵਾਨੇ ਵਰਗੇ ਬੜੇ ਇੱਦਾਂ ਦੇ ਹੋਰ ਸੱਚੀ ਦੇਸ਼ ਦੇ ਪਰਵਾਨੇ, ਕੌਮ ਦੇ ਪਰਵਾਨੇ ਜਿਹੜੇ ਜੇਲ੍ਹਾਂ ਦੇ ਵਿੱਚ ਨੇ, ਉਹ ਜਿਹੜੇ ਹਨੇਰੇ ਦੀ ਜ਼ਿੰਦਗੀ ਵਿੱਚ ਨੇ, ਜਿਹਨਾਂ ਨੂੰ ਕੋਈ ਜਾਣਦਾ ਹੀ ਨਹੀਂ, ਤੇ ਉਹ ਵਾਕਈ ਹਨੇਰੀ ਜ਼ਿੰਦਗੀ ਜੀਦੇ ਰਹਿਣਗੇ ਜੇ ਉਹਨਾਂ ਪਿੱਛੇ ਕੋਈ ਨਾ ਖੜਿਆ। UAPA ਦੇ ਬਹੁਤ ਕੇਸ ਨੇ, ਜਿਹੜੇ ਨੌਜਵਾਨ ਯੰਗ ਯੂਥ 19-19 ਸਾਲ 20-20 ਸਾਲ 21 ਸਾਲਾਂ ਦੇ ਯੰਗ ਯੂਥ, ਸੈਂਕੜੇ ਨੌਜਵਾਨ ਜਿਹੜੇ ਨੇ ਉਹ ਜੇਲ੍ਹਾਂ 'ਚ ਤੁਰੇ ਫਿਰਦੇ ਨੇ, ਜਿਨ੍ਹਾਂ ਦੀ ਕੋਈ ਸਾਰ ਨਹੀਂ, ਜਿਨ੍ਹਾਂ ਦੇ ਸਰਕਾਰੀ ਵਕੀਲਾਂ ਨੂੰ ਤਰਸਦੇ ਪਏ ਨੇ, ਜਿਹੜੇ ਉੱਥੇ ਰੋਟੀ ਨੂੰ ਤਰਸਦੇ ਪਏ ਨੇ। ਰੋਟੀ ਬੇਸ਼ੱਕ ਜੇਲ੍ਹ ਦੀ ਮਿਲਦੀ ਹੈ, ਪਰ ਉੱਥੇ ਜਿਹੜੇ ਸੈਪਰੇਟ ਨੇ ਆਪਣੀ ਤੜਕਾ ਤੁੜਕਾ ਲਾ ਕੇ ਖਾਂਦੇ ਨੇ।
ਵੀ ਆਪਣੀ ਚੀਜ਼ ਪ੍ਰਸ਼ਾਦਾ ਬਣਾਉਣੀ ਆਪ ਬਣਾਉਂਦੇ ਨੇ, ਛਕਦੇ ਨੇ, ਪਰ ਉਹ ਉਹੀ ਰੋਟੀ ਖਾਂਦੇ ਨੇ। ਮੈਂ ਰੋਟੀ ਨੂੰ ਮਾੜਾ ਨਹੀਂ ਕਹਿੰਦਾ, ਰੋਟੀ ਚੰਗੀ ਹੁੰਦੀ ਆ, ਭੁੱਖੇ ਦਾ ਢਿੱਡ ਭਰਦੇ ਉਹ ਚੰਗੀ ਹੁੰਦੀ ਹੈ। ਮੈਂ ਵੀ ਖਾਂਦਾ ਰਿਹਾ, ਕਿਉਂਕਿ ਮੈਨੂੰ ਵੀ ਉਸ ਹੱਥ 'ਚ ਰੱਖਿਆ ਗਿਆ ਪਹਿਲਾਂ, ਜਿੱਥੇ ਕੋਈ ਆ ਨਹੀਂ ਸਕਦਾ, ਕੋਈ ਜਾ ਨਹੀਂ ਸਕਦਾ, ਕੋਈ ਉੱਥੋਂ ਕੱਢ ਨਹੀਂ ਸਕਦੇ, ਨਾ ਮੈਂ ਬਾਹਰ। ਜੋ ਮੈਨੂੰ ਮਿਲਦਾ ਸੀ ਮੈਂ ਖਾ ਲੈਂਦਾ ਸੀ, ਜੋ ਚਾਹ ਆਉਂਦੀ ਮੈਂ ਪੀ ਲੈਂਦਾ ਸੀ, ਜੋ ਰੋਟੀ ਮਿਲ ਗਈ ਮੈਂ ਉਹ ਖਾਣੀ, ਮਤਲਬ ਜਿਵੇਂ ਦੀ ਵੀ ਸੀ। ਪਰ ਉਹ ਵੀਰਾਂ ਦਾ ਪਿੱਛੇ ਧਿਆਨ ਦੇਣ ਦੀ ਬਹੁਤ ਜ਼ਰੂਰਤ ਆ। ਮੈਂ ਕਹਾਂਗਾ ਜੇ ਕਿ ਇੱਕ ਜਥੇਬੰਦੀ ਮੈਂ ਤਾਂ ਕਰੂੰਗਾ ਵਰਕ, ਮੇਰੀ ਜਿੰਨੀ ਔਕਾਤ ਆ, ਮੈਂ 2 ਸਿੰਘ 4 ਸਿੰਘ ਜਿੰਨੀ ਮੇਰੀ ਔਕਾਤ ਆ, ਜਿੰਨੇ ਕੁ ਮੈਂ ਵਕੀਲਾਂ ਦਾ ਖਰਚਾ ਚੱਕ ਸਕਿਆ, ਜਿੰਨੀ ਮੇਰੀ ਔਕਾਤ ਆ, ਮੈਂ ਉਹ ਕੁਝ ਵੀਰਾਂ ਦੇ ਪਿੱਛੇ ਲੜੂੰਗਾ ਜਿਨ੍ਹਾਂ ਨੇ ਵਾਕਈ ਕੌਮ ਪਿੱਛੇ ਕੁਰਬਾਨੀ ਕੀਤੀ, ਕੌਮ ਪਿੱਛੇ ਲੜੇ, ਕੌਮ ਪਿੱਛੇ ਕੁਰਬਾਨੀਆਂ ਕਰਕੇ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਨੇ। ਔਰ ਬਹੁਤ ਇੱਦਾਂ ਦੇ ਨੇ ਜਿਨ੍ਹਾਂ ਤੇ ਨਜਾਇਜ਼ UAP ਲੱਗੀ ਹੈ। ਉਹਦਾ ਰੀਜ਼ਨ ਇੱਕੋ ਹੈ, ਰੈਫਰੈਂਡਮ 2019 ਦੇ ਵਿੱਚ ਇਹਨੂੰ ਜਿਹੜਾ ਸੀ ਇੰਡੀਅਨ ਗੌਰਮੈਂਟ ਨੇ ਇਹਨੂੰ ਇਲੀਗਲ ਕਰਾਰ ਦੇ ਦਿੱਤਾ ਸੀ ਵੀ ਇਹ ਮਤਲਬ ਇਹ ਜਿਹੜੀ 2020 ਹੈ ਇੱਕ ਟੈਰਰਿਜ਼ਮ ਨਾਲ ਜੁੜੀ ਹੋਈ ਆ। ਭਾਵੇਂ ਵਿਦੇਸ਼ਾਂ 'ਚ ਰਹਿਣ ਵਾਲੇ ਵੀਰਾਂ ਨੂੰ ਬੜਾ ਪਿਆਰ ਕਰਦੇ ਨੇ, ਬੜਾ ਸਤਿਕਾਰ ਕਰਦੇ ਨੇ, ਮੈਂ ਮੰਨਦਾ ਉਸ ਗੱਲ ਨੂੰ, ਪਰ ਇੱਥੇ ਇਲੀਗਲ ਹੋਣ ਕਰਕੇ ਸਿੱਧਾ ਇਹ ਅਨਲਾਫੁਲ ਐਕਟ ਵਿੱਚ ਆ ਜਾਂਦੀ ਹੈ। ਤੇ ਬੜੇ ਨੌਜਵਾਨ ਜਿਹੜੇ ਕੋਈ ਪਰਚਾ ਦੇ ਦਿਓ ਜੀ, ਇੱਥੇ ਪਰਚੇ ਵੰਡ ਦਿਓ, ਤੁਹਾਨੂੰ 5,000 ਮਿਲੇਗਾ, ਪਰਚੇ ਵੰਡ 10,000 ਮਿਲੇਗਾ। ਉਹਨਾਂ ਦੇ ਉੱਪਰ ਜਦੋਂ ਉਹ ਸਿੱਧਾ UAP ਲੱਗਦਾ ਤੇ UAP ਲੱਗਣ ਤੋਂ ਬਾਅਦ ਹੁਣ 10,000 ਪਿੱਛੇ ਉਹ ਪਰਚੇ ਦਾ ਵੰਡ ਤੇ ਪੋਸਟਰ ਤਾਂ ਲਾਤੇ, ਰੈਫਰੈਂਡਮ 2020 ਦਾ ਲਿਖਤਾ, ਬੋਰਡ ਤਾਂ ਲਾ ਕੇ ਆ ਗਏ, ਪਰ ਹੁਣ ਜਦੋਂ ਪਰਚਾ ਪੈ ਗਿਆ ਚੰਗਾ ਵਕੀਲ 5 ਲੱਖ ਰੁਪਇਆ ਮੰਗਦਾ। ਹੁਣ ਵਕੀਲ ਨੂੰ ਪੈਸੇ ਕੌਣ ਦੇਵੇ? ਤੇ ਜ਼ਮਾਨਤ ਔਰ ਜਿਹਦੇ 'ਚ UAP ਲੱਗ ਗਿਆ ਘੱਟੋ ਘੱਟ 2 ਸਾਲ ਦਾ ਭਾਜੀ ਕਨਫਰਮ ਨੇ, 2 ਸਾਲ ਤੱਕ ਤਾਂ ਟੁੱਟਦੀ ਹੀ ਨਹੀਂ ਉਹ। ਅੱਗੇ ਤਾਂ ਸਜ਼ਾ ਤਾਂ ਬਾਅਦ ਦੀਆਂ ਗੱਲਾਂ ਨੇ, ਜਦੋਂ CBI ਕੋਲ ਆ ਜਾਂਦਾ, NEA ਕੋਲ ਆ ਜਾਂਦਾ, ਉਹ ਤਾਂ ਅਸੀਂ ਫਿਰ 4-4 ਸਾਲ 5-5 ਸਾਲ ਤੁਹਾਡੀ ਜ਼ਮਾਨਤ ਹੀ ਨਹੀਂ ਹੋਣ ਦਿੰਦੇ। ਸੋ ਇਦਾਂ ਦੇ ਹਾਲਾਤ ਨੇ, ਉਹਨਾਂ ਪਿੱਛੇ ਖੜਨਾ ਪੈਣਾ। ਮੇਰੇ ਕੋਲ ਜਿੰਨੀ ਔਕਾਤ ਹੈ, ਜਿੰਨਾ ਮੈਨੂੰ ਮਾਰਨ ਨੇ ਆਪਣੇ ਕੰਮ ਕਾਜ ਸੁਣ ਦਿੱਤਾ, ਅਸੀਂ ਇਸ ਪਾਸੇ ਲਾਣਾ। ਹੁਣ ਉਹਨਾਂ ਨੌਜਵਾਨਾਂ ਪਿੱਛੇ ਖੜਾਂਗੇ ਅਸੀਂ। ਪਰਵਾਨਾ ਹਰ ਥਾਂ ਦੇ ਉੱਤੇ ਖੜਿਆ ਹੋਇਆ ਨਜ਼ਰ ਆਉਂਦਾ ਸੀ, ਹਰ ਥਾਂ ਦੇ ਉੱਤੇ ਲੋਕ ਭਲਾਈ ਵਾਸਤੇ ਅੱਗੇ ਨਜ਼ਰ ਆਉਂਦਾ ਸੀ, ਪਰ ਆ ਜਿਹੜਾ ਹੁਣ ਕੇਸ ਪਿਆ ਆ, ਇਸ ਤੋਂ ਬਾਅਦ ਪਰਵਾਨੇ ਦੀ ਪਹਿਲਾਂ ਵਾਲੀ ਜ਼ਿੰਦਗੀ ਤੇ ਹੁਣ ਦੀ ਜ਼ਿੰਦਗੀ ਦੇ ਵਿੱਚ ਕੀ ਬਦਲਾਵ ਦੇਖਣ ਨੂੰ ਮਿਲਣਗੇ? ਕੀ ਉੱਦਾਂ ਹੀ ਲਾਈਫ ਸਟਾਈਲ ਰਹੂਗਾ, ਕਿ ਉਸੇ ਤਰ੍ਹਾਂ ਸੇਵਾਵਾਂ ਜਾਰੀ ਰਹਿਣਗੀਆਂ, ਜਾਂ ਬਦਲਾਵ ਆਊਗਾ? ਦੇਖੋ ਜੀ, ਬਹੁਤ ਕੁਝ ਜਦੋਂ ਇਦਾਂ ਦੀ ਘਟਨਾਵਾਂ ਹੁੰਦੀਆਂ ਨੇ ਸਿੱਖਣ ਨੂੰ ਮਿਲਦਾ, ਬਹੁਤ ਕੁਝ। ਮਤਲਬ ਮੈਨੂੰ ਇਹ ਵੀ ਮੈਂ ਜਿਵੇਂ ਆ ਮੇਰਾ ਵੀਰਾ ਹੈ, ਇਹ ਤਾਂ ਰੁਪਏ ਦਾ ਹਿਸਾਬ ਤਾਂ ਰੱਖਦਾ ਸਾਰਾ ਕੁਝ, ਮਨਜੋਤ ਕੱਲੀ ਚੀਜ਼ ਜਿਹੜੀ ਸਾਰਾ ਕੁਝ ਕਵਰ ਅਪ ਕਰਦਾ ਇਹਨਾਂ ਸ਼ੁਰੂ ਤੋਂ ਹੀ। ਮੈਂ ਹੈਗਾ ਅਨਪੜ੍ਹ, ਮਤਲਬ ਸਿੱਧੀ ਜਿਹੀ ਗੱਲ ਹੈ ਵੀ ਦੇਸੀ ਜਿਹਾ ਬੰਦਾ ਜਿਵੇਂ ਹੈ ਨਾ, ਅਤੇ ਮੈਨੂੰ ਕੋਈ ਸੁਭਾਅ ਨਹੀਂ ਜਿਵੇਂ ਆ ਗਿਆ ਲਾ ਕੁਛ ਇੱਦਾਂ ਸਿਸਟਮ ਨਹੀਂ ਸੀ। ਸੋ ਹੁਣ ਸਿਸਟਮੈਟਿਕਲ ਕੰਮ ਤਾਂ ਚੱਲਣਗੇ ਜੀ, ਕੰਮ ਤਾਂ ਕੋਈ ਇਹ ਨਹੀਂ ਵੀ ਕੰਮ ਅਸੀਂ ਰੋਕਾਂਗੇ, ਕੰਮ ਤਾਂ ਚੱਲਣਗੇ। ਹਸਪਤਾਲ ਬਣਦਾ ਪਿਆ ਸੰਗਤ ਵਾਸਤੇ, ਉਹ ਵੀ ਹਸਪਤਾਲ ਜਲਦੀ ਅੱਖਾਂ ਦਾ ਜਿਹੜਾ ਉਹ ਤਿਆਰ ਹੋਊਗਾ। ਅਸੀਂ ਉਹਦੇ ਵਾਸਤੇ ਕਦੇ ਕੋਈ ਫੰਡਿੰਗ ਨਹੀਂ ਮੰਗੀ, ਨਾ ਕਦੇ ਕਿਸੇ ਨੂੰ ਕਿਹਾ ਵੀ ਸਾਨੂੰ ਕੋਈ ਫੰਡਿੰਗ ਦੇਵੇ। ਇਹ ਇਲਾਕਾ ਵੀ ਇੱਥੇ ਸਾਡੇ ਬਾਬਾ ਜੀ ਖੜੇ, ਬਾਬਾ ਭਗਵੰਤ ਸਿੰਘ ਜੀ, ਇਲਾਕਾ ਪੁੱਛ ਲਓ ਜਾ ਕੇ, ਅਸੀਂ ਕਦੇ ਰੁਪਈਆ ਮੰਗਣ ਨਹੀਂ ਗਏ ਇਲਾਕੇ ਦੇ ਵਿੱਚ, ਕਦੇ ਅਸੀਂ ਬੁਰਾਈ ਨਹੀਂ ਕੀਤੀ, ਤੇ ਨਾ ਕਦੇ ਕਿਸੇ ਨੂੰ ਕਿਹਾ। ਔਰ ਜਿਹੜੇ ਸਾਨੂੰ ਪੈਸੇ ਭੇਜਦੇ ਨੇ ਉਹ ਹੁਣ ਵੀ ਭੇਜਣਗੇ, ਇਹ ਵੀ ਨੋਟ ਕਰ ਲੈਣ ਗੱਲ, ਸਰਕਾਰ ਵੀ ਨੋਟ ਕਰ ਲੇ, ਪੁਲਿਸ ਵੀ ਨੋਟ ਕਰ ਲੇ, ਤੇ ਜਿਹੜੇ ਦੂਜਿਆਂ ਇਹ ਲੱਲੀ ਛੱਲੇ ਇੱਕੋ ਤੁਰੇ ਫਿਰਦੇ ਨੇ ਉਹ ਵੀ ਨੋਟ ਕਰ ਲੈਣ ਵੀ ਉਹਨਾਂ ਨੇ ਰੁਕਣਾ ਨਹੀਂ। ਕਿਉਂਕਿ ਜਿਹੜੇ ਸਾਡੇ ਨਾਲ 9 ਮਾਸ ਦਾ ਰਿਸ਼ਤਾ ਪਿਆਰ ਹੈ ਨਾ, ਜਿਹਨੂੰ ਪਤਾ ਹੈ ਵੀ ਵਾਕਈ ਸਾਡਾ ਪੈਸਾ ਜੈਨੂਅਨ ਲੱਗਦਾ, ਤੇ ਉਹਨਾਂ ਨੇ ਹੁਣ ਵੀ ਭੇਜਣਾ, ਹੁਣ ਵੀ ਭੇਜਣਾ। ਹੁਣ ਜਿਵੇਂ ਸਾਡੇ ਬਾਬਾ ਜੀ ਖੜੇ ਨੇ, ਇਹਨਾਂ ਦੇ ਪਿੱਛੇ ਕੋਈ ਗੱਲਬਾਤ ਹੋਈ ਤੇ ਪੂਰਾ ਪਿੰਡ ਅਸੀਂ ਖੜੇ ਨਾ ਗ੍ਰੰਥੀ, ਕਿਉਂਕਿ ਮੇਰਾ ਅਸੂਲ ਹੈ ਵੀ ਕੋਈ ਗ੍ਰੰਥੀ ਸਿੰਘ ਦੇ ਉੱਪਰ ਧੱਕਾ ਹੋਵੇ ਮੈਂ ਜਾਨ ਮਰਨ ਤੱਕ ਜਾਣਾ। ਗ੍ਰੰਥੀ ਸਿੰਘ ਦੇ ਘਰ ਬਣਾਉਣੇ, ਲੋੜਵੰਦਾਂ ਦੇ ਘਰ ਬਣਾਉਣੇ, ਇਹ ਤਾਂ 1.5 ਕਰੋੜ ਦੀ ਗੱਲ ਕਰਦੇ ਨੇ। ਮੈਂ ਕਹਿੰਦਾ ਵੀ ਇੱਕ ਵਾਰੀ ਛੋਟਾ ਜਿਹਾ ਹਿਸਾਬ ਕਿਤਾਬ ਕਰ ਲੈਣ, ਤੇ ਜੇ ਇਹ ਗੱਲ ਕਰਦੇ ਨੇ ਮੈਂ ਹਿਸਾਬ ਤਾਂ ਦੇ ਦਾਂਗਾ 4-5 ਕਰੋੜ ਦਾ, ਤੇ ਮੈਨੂੰ ਬਾਕੀ ਜਿਹੜੇ ਲੱਗੇ ਨੇ ਮੈਂ ਕਹਿੰਦਾ ਵੀ ਉਹਨੂੰ ਸਰਕਾਰ ਦੇ ਦੇਗੀ 3-4 ਕਰੋੜ ਰੁਪਏ ਦੇ ਦੂਗੀ ਲਿਆ ਕੇ, ਵੀ ਹਿਸਾਬ ਤਾਂ ਮੈਂ 5 ਕਰੋੜ ਦਾ ਦੇ ਦੂੰਗਾ। ਹਿਸਾਬ ਕਿਤਾਬ ਦੇ ਲੈਣ ਤੇ ਆ ਗਏ ਵੀ ਇੰਨਾ ਪੈਸਾ ਲੱਗਾ। ਜਦੋਂ ਗੱਲ ਸਾਹਮਣੇ 20 ਘਰ ਲੈ ਕੇ ਰੱਖਾਂ, 20 ਘਰ ਬਣੇ, ਤੁਸੀਂ ਲਾ ਲਓ 50 ਲੱਖ ਤੋਂ ਕਰੋੜ ਰੁਪਇਆ ਤਾਂ ਉੱਥੇ ਹੀ ਲੱਗ ਗਿਆ। 4 ਸਾਲ ਦਾ ਮੈਂ ਸਿੱਧਾ ਰੱਖਾਂ, ਰਾਸ਼ਨ ਦੱਸ ਦਾਂਗਾ, ਮੈਂ 250 ਬੱਚੇ ਕੱਢ ਦਾਂਗਾ ਜਿੰਦੇ ਸਕੂਲਾਂ 'ਚ ਫੀਸਾਂ ਭਰ ਕੇ ਅਸੀਂ ਆਉਂਦੇ ਹਾਂ। ਮੈਂ ਤੁਹਾਨੂੰ ਦਵਾਈਆਂ ਦੱਸ ਦਾਂਗਾ, ਆਪਰੇਸ਼ਨ ਦੱਸ ਦਾਂਗਾ, ਜਿਹਨਾਂ ਪਰਿਵਾਰਾਂ ਦੇ ਆਪਰੇਸ਼ਨ ਕਰਾਏ ਨੇ, ਵੱਡੇ ਆਪਰੇਸ਼ਨ ਹੋਏ ਨੇ, ਲੱਖਾਂ ਰੁਪਏ ਲੱਗੇ ਨੇ। ਸੋ ਹਿਸਾਬ ਕਿਤਾਬ ਦੀ ਕੋਈ ਵੱਡੀਆਂ ਗੱਲਾਂ ਨਹੀਂ ਹੁੰਦੀਆਂ। ਉਹ ਗੱਲ ਇਹ ਵੀ ਸਿਸਟਮੈਟਿਕਲ ਕੰਮ ਨਹੀਂ ਕੀਤਾ, ਨੋਰਮਲ ਗੱਲਾਂ ਨੇ, ਬਾਕੀ ਕੋਈ ਗੱਲ ਨਹੀਂ, ਇਹ ਕੰਮ ਇੱਦਾਂ ਹੀ ਚੱਲਣਗੇ। ਇਸ ਦੇ ਵੱਲ ਤਾਂ ਇਹ ਵੀ ਹੈ ਕਿ ਸਰਕਾਰ ਨੂੰ ਵੀ ਆਪ ਦੇਖਣਾ ਚਾਹੀਦਾ ਕਿ ਜਿਹੜੇ ਪੁਲਿਸ ਮਹਿਕਮੇ ਦੇ ਵਿੱਚ ਰਹਿ ਕੇ ਸੇਵਾਵਾਂ ਕਰਦੇ ਨੇ, ਪਿੱਛੇ ਬਹੁਤ ਵੱਡਾ ਇਸ਼ੂ ਉੱਠਿਆ ਸੀਗਾ ਗੋਲਡੀ PP ਦਾ ਤੇ ਪੁਨੀਤ ਦਾ, ਤੇ ਉਹਨਾਂ ਤੋਂ ਹਿਸਾਬ ਕਿਤਾਬ ਸੋਸ਼ਲ ਮੀਡੀਆ ਉੱਤੇ ਬਹੁਤ ਮੰਗਿਆ ਗਿਆ। ਜੇ ਪੁਲਿਸ ਉਦੋਂ ਰੌਲਾ ਪਿਆ ਨਾ, ਤੇ ਪੁਲਿਸ ਛਾਣਬੀਣ ਕਰ ਸਕਦੀ ਸੀ ਨਾ, ਪੁਲਿਸ ਨੇ ਕੀਤੀ ਛਾਣਬੀਣ, ਹੁਣ ਤੱਕ ਕੀਤੀ, ਚੁੱਪੀ ਹੈ ਨਾ, ਤੇ ਉਹ ਤਾਂ ਹੁਣ ਵੀ ਸੇਵਾਵਾਂ ਉਵੇਂ ਕਰਦੇ ਪਏ ਨੇ, ਉਹ ਤਾਂ ਹੁਣ ਵੀ ਉੱਦਾਂ ਹੀ ਚੱਲਦਾ ਪਿਆ ਕੰਮ। ਉਹੀ ਕਹਿ ਰਹੇ ਨਾ, ਉਹਨਾਂ ਦੇ ਖਾਤੇ 'ਚ ਆਈ ਹੋਈ ਸੇਵਾ ਇੱਕ ਵਾਰੀ ਉਹਨਾਂ ਦੇ ਡਿਟੇਲਾਂ ਕਢਾ ਲੈਣ। ਮੇਰੀ ਜਿਹੜਾ ਇਹਨਾਂ 10 ਸਾਲਾਂ ਵਿੱਚ 2010 ਤੋਂ ਲੈ ਕੇ ਜਿਹੜਾ ਕਹਿੰਦੇ 1.5 ਕਰੋੜ ਰੁਪਇਆ, ਚੱਲ ਮੈਂ ਮੰਨਣਾ ਹੋਊਗਾ ਵੀ ਆਪਣੇ ਕੰਮ ਕਰਦੇ ਆ, ਹੋਊਗਾ ਵੀ, ਤੇ ਪਰ ਮੇਰਾ ਕਹਿਣਾ ਵੀ ਉਹਨਾਂ ਦਾ ਤੇ ਸਾਲ ਦਾ 1.5 ਕਰੋੜ ਬਣੂਗਾ। ਆਟੇ 'ਚ ਲੂਣ ਨਹੀਂ ਲੱਗਣਾ, ਲੂਣ ਬਰਾਬਰ ਹੋਣਾ, ਕਰਕੇ ਵੇਖ ਲੈ। ਮੈਂ ਇਹ ਕਿਸੇ ਨੂੰ ਬਲੇਮ ਨਹੀਂ ਕਰ ਰਿਹਾ, ਕਿਸੇ ਤੇ ਐਲੀਗੇਸ਼ਨ ਨਹੀਂ ਲਾ ਰਿਹਾ, ਮੈਂ ਸਿੰਪਲ ਇਹ ਗੱਲ ਕਹਿ ਰਿਹਾ ਆ ਕਿ ਅਗਰ ਪੁਲਿਸ ਦੀ ਵਰਦੀ ਪਾ ਕੇ ਕੋਈ ਸੇਵਾ ਕਰਦਾ, ਚਾਹੇ ਕਰੋੜਾਂ ਦੀ ਫੰਡਿੰਗ ਉਹਨਾਂ ਦੇ ਕੋਲ ਆ ਰਹੀ ਹੋਵੇ, ਉਹਦਾ ਕੋਈ ਹਿਸਾਬ ਕਿਤਾਬ ਨਹੀਂ ਮੰਗਦਾ, ਪਰ
ਇੱਕ ਗੁਰਸਿੱਖ ਨੌਜਵਾਨ ਅਗਰ ਸੇਵਾ ਦਿਲੋਂ ਤਨੋਂ ਮਨੋਂ ਧਨੋਂ ਕਰਦਾ ਹੈ, ਆਪਣਾ ਵੀ ਕਿਰਤ ਦੇ ਵਿੱਚੋਂ ਦਸਵੰਧ ਕੱਢਦਾ ਹੈ, ਬਾਹਰੋਂ ਵੀ ਸੰਗਤ ਭੇਜਦੀ ਹੈ, ਤੇ ਉਹ ਹਰ ਚੀਜ਼ ਪੈਸੇ ਲਈ ਮਤਲਬ ਲੋਕਾਂ ਨੂੰ ਕਦੀ ਵੀ ਜ਼ਰੂਰਤ ਮਹਿਸੂਸ ਨਹੀਂ ਹੋਣ ਦਿੰਦਾ, ਪਹਿਲਾਂ ਘਰੇ ਪਹੁੰਚ ਕੇ ਦਿੰਦਾ ਹੈ। ਇੰਟਰਵਿਊ ਮੇਰੇ ਚੈਨਲ ਤੇ ਪਈ ਹੈ। ਬਾਬਾ ਬਖਸ਼ੀਸ਼ ਜੀ ਨੂੰ ਸੰਜੇ ਸਿੰਘ ਦੇ ਘਰ ਭੇਜਿਆ ਗਿਆ ਸੀ। ਮੈਨੂੰ ਕਾਲ ਆਇਆ ਸੀ ਕਿ ਭਾਜੀ ਮੈਂ 3 ਦਿਨ ਹੋ ਗਏ ਤੜਪ ਰਿਹਾ ਹਾਂ, ਮੇਰਾ ਆਪਰੇਸ਼ਨ ਨਹੀਂ ਹੋਇਆ। ਮੈਂ ਕਿਤੇ ਉਦੋਂ ਬਾਹਰ ਸੀ, ਮੇਰੀ ਗਲਤੀ ਹੈ ਕਿ ਮੈਂ ਉਦੋਂ ਮੈਸੇਜ ਵੀ ਨਹੀਂ ਦੇ ਸਕਿਆ ਤੇ ਮੇਰਾ ਧਿਆਨ ਵੀ ਨਹੀਂ ਰਿਹਾ। ਉਸ ਤੋਂ ਬਾਅਦ ਉਸ ਬੱਚੇ ਦਾ ਆਪਰੇਸ਼ਨ ਹੋ ਗਿਆ, ਸਭ ਕੁਝ ਹੋ ਗਿਆ, ਤੇ ਉਸ ਤੋਂ ਬਾਅਦ ਬਾਬਾ ਬਖਸ਼ੀਸ਼ ਜੀ ਉਹਦੇ ਘਰੇ ਗਏ ਹਾਲ ਚਾਲ ਪੁੱਛਣ ਵਾਸਤੇ, ਗੱਲਬਾਤ ਕੀਤੀ। ਉਸ ਇੰਟਰਵਿਊ ਨੂੰ ਦੇਖ ਕੇ ਮੈਨੂੰ ਰੋਣਾ ਆ ਗਿਆ ਕਿ ਜਿਹੜੀਆਂ ਕਿਸਾਨ ਯੂਨੀਅਨਸ ਵਾਸਤੇ, ਜਥੇਬੰਦੀਆਂ ਵਾਸਤੇ, ਉਹ ਗਰੀਬ ਬੱਚਾ ਹਰ ਚੌਂਕ ਉੱਤੇ ਗਲੇ 'ਚ ਤਖਤੀ ਪਾ ਕੇ, ਹੱਥ ਦੇ ਵਿੱਚ ਤਖਤੀ ਲੈ ਕੇ ਖੜਿਆ ਰਹਿੰਦਾ ਸੀ ਕਿ ਮੈਂ ਕਿਸਾਨਾਂ ਦੇ ਨਾਲ ਹਾਂ। ਉਸ ਦਾ ਮੋਰਚੇ ਤੋਂ ਆਉਂਦੇ ਹੋਏ ਐਕਸੀਡੈਂਟ ਹੁੰਦਾ, ਲੱਤਾਂ ਟੁੱਟ ਜਾਂਦੀਆਂ ਨੇ, ਇੱਕ ਹੱਥ ਦੇ ਵਿੱਚ ਪਲੇਟਾਂ ਪੈਂਦੀਆਂ ਨੇ, ਪਰ ਉਸ ਦੀ ਸਾਰ ਲੈਣ ਵਾਸਤੇ ਕੋਈ ਆਗੂ ਨਹੀਂ ਆਇਆ। ਉਹ ਹਰ ਆਗੂ ਨੂੰ ਫੋਨ ਕਰ ਥੱਕ ਗਿਆ, ਤੇ ਲਾਸਟ ਜਦੋਂ ਤੋਂ ਪੁੱਛਿਆ ਗਿਆ ਕਿ ਪੁੱਤ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਤੈਨੂੰ ਕਿਸੇ ਚੀਜ਼ ਦੀ ਘਾਟ ਮਹਿਸੂਸ ਹੋਈ, ਤਾਂ ਉਸਨੇ ਰੋਂਦੇ ਹੋਏ ਇਹ ਗੱਲ ਕਹੀ ਕਿ ਮੈਨੂੰ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਦੀ ਘਾਟ ਮਹਿਸੂਸ ਹੋਈ। ਜੇ ਉਹ ਬਾਹਰ ਹੁੰਦੇ ਤਾਂ ਮੈਨੂੰ ਕਿਸੇ ਸਾਹਮਣੇ ਹੱਥ ਨਹੀਂ ਸੀ ਅੱਡਣੇ ਪੈਂਦੇ। ਉਹਨਾਂ ਨੂੰ ਅਗਰ ਅੱਧੀ ਰਾਤ ਨੂੰ ਵੀ ਮੈਂ ਕਾਲ ਕਰਦਾ ਨਾ, ਤਾਂ ਅੱਧੀ ਰਾਤ ਨੂੰ ਰਾਸ਼ਨ ਲੈ ਕੇ ਮੇਰੇ ਘਰੇ ਆ ਕੇ ਰਾਸ਼ਨ ਪਹੁੰਚਾ ਕੇ ਜਾਂਦੇ ਸੀ। ਪੈਸੇ ਧੇਲੇ ਦੀ ਲੋੜ ਅਗਰ ਮੈਨੂੰ ਹੈ ਤਾਂ ਉਹਨਾਂ ਨੇ ਕਿਹਾ ਸੀ ਪੁੱਤ ਮੇਰੇ ਤੋਂ ਮੰਗ ਲਈ ਜਦੋਂ ਲੋੜ ਹੁੰਦੀ ਹੈ, ਮੈਨੂੰ ਕਦੇ ਕਹਿਣਾ ਨਹੀਂ ਸੀ ਪਿਆ। ਤੇ ਤੁਸੀਂ ਇਹ ਸੋਚੋ ਵੀ ਜਿਹੜੇ ਹਰ ਪਾਸਿਓਂ ਸੇਵਾ ਕਰ ਰਹੇ ਆ, ਉਹਨਾਂ 'ਤੇ ਅਸੀਂ ਐਲੀਗੇਸ਼ਨ ਵੀ ਲਾ ਲੈਂਦੇ ਹਾਂ, ਮੁਕੱਦਮੇ ਵੀ ਦਰਜ ਹੁੰਦੇ ਨੇ, ਧਾਰਾਵਾਂ ਵੀ ਲੱਗ ਜਾਂਦੀਆਂ ਨੇ, ਸਜ਼ਾਵਾਂ ਵੀ ਫਿਕਸ ਹੋ ਜਾਂਦੀਆਂ ਨੇ, ਤੇ ਸੂਰੀ ਵਰਗੇ ਮੈਨੂੰ ਕਹਿੰਦਿਆਂ ਕੋਈ ਵੀ ਗੁਰੇਜ਼ ਨਹੀਂ ਹੈ। ਤੇ ਸੂਰੀ ਵਰਗੇ ਤੇ ਸ਼ਿਵ ਸੈਨਾ ਦੇ ਹੋਰ ਅਜਿਹੇ ਬੜੇ ਭੌਂਕੇ ਨੇ ਜਿਹੜੇ ਆਏ ਦਿਨ ਸੋਸ਼ਲ ਮੀਡੀਆ ਉੱਤੇ, ਖਾਸ ਕਰਕੇ ਜੂਨ ਦਾ ਮਹੀਨਾ ਚੜ੍ਹਨ ਤੋਂ ਪਹਿਲਾਂ ਆ ਕੇ ਬੋਲਣਾ ਸ਼ੁਰੂ ਕਰਦੇ ਨੇ। ਮਾਹੌਲ ਹੁਣ ਕੌਣ ਖਰਾਬ ਕਰਦਾ ਹੈ? ਹੇਟ ਸਪੀਚ ਕਹਿੰਦੇ ਹੋ ਕਿ ਪਰਵਾਨਾ ਜੀ ਨੇ ਦਿੱਤੀ, ਕੋਰਟ ਦੇ ਵਿੱਚ ਇਹ ਕਿਹਾ ਗਿਆ। ਇਹ ਜਿਹੜੀ ਹੇਟ ਸਪੀਚਸ ਦਿੰਦੇ ਨੇ, ਆਏ ਦਿਨ ਲਲਕਾਰੇ ਮਾਰਦੇ ਨੇ, ਉਹਨਾਂ ਦੇ ਬਾਰੇ ਤੁਸੀਂ ਕਿਉਂ ਨਹੀਂ ਕੋਈ ਕਾਰਵਾਈ ਕਰਦੇ? ਉਹਨਾਂ ਦੇ ਉੱਤੇ ਪਰਚੇ ਇੱਦਾਂ ਕਿਉਂ ਨਹੀਂ ਦਰਜ ਹੁੰਦੇ? ਉਹਨਾਂ ਨੂੰ ਘਰਾਂ ਦੇ ਵਿੱਚ ਇਸ ਤਰੀਕੇ ਛਾਪੇ ਮਾਰ ਕੇ ਕਿਉਂ ਨਹੀਂ ਚੱਕਿਆ ਜਾਂਦਾ? ਉਹਨਾਂ ਦੀਆਂ ਘਰਾਂ ਦੇ ਵਿੱਚ ਟਾਈਲਾਂ ਕਿਉਂ ਨਹੀਂ ਖੜਕਾ ਕੇ ਦੇਖੀਆਂ ਜਾਂਦੀਆਂ ਕਿ ਉਹ ਕਿਸ ਦੇ ਦਮ 'ਤੇ ਉਛਲਦੇ ਨੇ? ਸੱਚਾਈ ਇਹ ਹੈ ਕਿ ਉਹਨਾਂ ਦੇ ਪਿੱਛੇ ਤੁਹਾਨੂੰ ਜਾਣ ਦੀ ਲੋੜ ਹੀ ਨਹੀਂ ਪੈਣੀ, ਕਿਉਂਕਿ ਉਹ ਬੰਦੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਆਪਣੇ ਹੀ ਫਿਕਸ ਕੀਤੇ ਹੋਏ ਹੁੰਦੇ ਨੇ। ਹਾਂਜੀ, ਤੁਸੀਂ ਕੁਝ ਬੋਲਣਾ ਚਾਹੁੰਦੇ ਹੋ? ਬਾਕੀ ਇੱਦਾਂ ਜੀ ਵੀ ਅੱਜ ਦਾ ਜਿਹੜਾ ਸੰਗਤ ਦਾ ਪਿਆਰ ਮਿਲਿਆ, ਮੈਂ ਬੜਾ ਧੰਨਵਾਦ ਹਾਂ। ਵਿਸ਼ੇਸ਼ ਕਰਕੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੁਆਰਾ ਵੀ, ਕਿਉਂਕਿ ਚਲੋ ਦੁਨੀਆ ਲੱਖਾਂ ਲੋਕ ਤੁਹਾਨੂੰ ਵੇਖਦੇ ਨੇ, ਤੇ ਵਿਸ਼ੇਸ਼ ਕਰਕੇ ਮੈਂ ਸਿੰਘ ਸਾਹਿਬ ਭਾਈ ਮਨਜਿੰਦਰ ਸਿੰਘ ਸਿਰਸਾ ਦਾ ਧੰਨਵਾਦ ਕਰਦਾ, ਘੁੰਮਣ ਬ੍ਰਦਰ ਦਾ, ਰਮਨਦੀਪ ਸਿੰਘ ਗਿੱਲ ਦਾ, ਨਵਤੇਜ ਗੁੱਗੂ ਵੀਰ ਦਾ, ਜਦੋਂ ਪਹਿਲੇ ਦਿਨ ਤੋਂ, ਬਾਕੀ ਮਨਜੋਤ ਵੀਰ ਬੈਠਾ ਪਹਿਲੇ ਦਿਨ ਤੋਂ, ਇਹ ਸਾਰੇ ਜ਼ਿੰਮੇਵਾਰ, ਪਰ ਇਹ ਤਾਂ ਪਰਿਵਾਰਕ ਜੀ ਨੇ, ਇਹਨਾਂ ਨੇ ਸਾਂਭਣੀ ਚਾਹੀਦਾ, ਫਰਜ਼ ਹੈ। ਬਾਕੀ ਮੈਂ ਸੰਗਤ ਨੂੰ ਕਹਿਣਾ ਚਾਹਾਂਗਾ ਵੀ ਆਹ ਹਿੰਦੂ ਭਰਾ ਵੀ ਬੈਠੇ ਹੋਏ ਨੇ ਇੱਥੇ, ਵਿਸ਼ਾਲ ਤੁਸੀਂ ਇਹਨਾਂ ਨਾਲ ਵੀ ਗੱਲ ਕਰਨੀ ਹੈ ਹੁਣ, ਵੀ ਜੇ ਅਸੀਂ ਹਿੰਦੂ ਧਰਮ ਦੇ ਖਿਲਾਫ ਹੋਈਏ ਤਾਂ ਮੈਨੂੰ ਐਂ ਸੀ ਵੀ ਪਹਿਲਾਂ ਮੈਂ ਦਾਅਵਾ ਕਰਦਾ ਸੀ ਵੀ 10,000 ਦਾ ਇਕੱਠ ਕਰ ਲਊਂਗਾ, ਪਰ ਹੁਣ ਸ਼ਾਇਦ ਮੈਂ ਟੁੱਟ ਗਿਆ, ਇਹ ਐਲੀਗੇਸ਼ਨ ਕਰਕੇ ਟੁੱਟ ਗਿਆ, ਵੀ ਜਿਹੜਾ ਮੇਰੇ 'ਤੇ ਐਲੀਗੇਸ਼ਨ ਲੱਗਾ ਮੈਂ ਟੁੱਟ ਗਿਆ। ਪਰ ਮੈਂ ਚਾਹੂੰਗਾ ਵੀ ਮੈਂ ਆਪਣੇ ਇਹਨਾਂ ਹਿੰਦੂ ਭੈਣ ਭਰਾਵਾਂ ਦਾ ਪਿਆਰ ਫਿਰ ਮੇਰਾ ਉੱਦਾਂ ਹੀ ਬਣਿਆ ਰਹੇ। ਤੇ ਫਿਰ ਵੀ ਮੈਂ ਵਿਸ਼ੇਸ਼ ਕਰਕੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜਥੇਦਾਰ ਸਾਹਿਬ ਪੰਥਕ ਕਲਿਆਣ, ਸਿੰਘ ਸਾਹਿਬ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਸ਼੍ਰੋਮਣੀ ਕਮੇਟੀ ਮੈਂਬਰ, ਦਾਦੂਵਾਲ ਜੀ ਦਾ ਵੀ, ਦੀਪ ਸਿੱਧੂ ਤੁਹਾਡੇ ਸਾਹਮਣੇ ਆ ਕੇ ਗਏ ਨੇ, ਬਾਬਾ ਬਖਸ਼ੀਸ਼ ਸਿੰਘ ਜੀ ਜਿਹਨੇ ਕੌਮ ਵਾਸਤੇ ਬੜੀ ਕੁਰਬਾਨੀਆਂ, ਜੇਲ੍ਹਾਂ ਕੱਟੀਆਂ ਨੇ, ਹੁਣ ਵੀ ਬੜਾ ਮਤਲਬ ਤੁਰੇ ਫਿਰਦੇ ਨੇ ਕੋਟਾਂ ਦੇ ਵਿੱਚ, ਤੇ ਹੋਰ ਸਾਰੇ ਵੀਰਾਂ ਦਾ, ਜਿੰਨੇ ਵੀ ਦਵਿੰਦਰ ਸਿੰਘ ਹਰੀ ਸੰਤ ਸਿਪਾਹੀ ਗਰੁੱਪ, ਤੇ ਮਤਲਬ ਹੋਰ ਜਿੰਨੀਆਂ ਵੀ ਸੰਸਥਾਵਾਂ ਵੀ, ਬਾਬਾ ਦਾਦੂਵਾਲ ਜੀ, ਤੇ ਜਿੰਨੇ ਵੀ ਜਥੇਬੰਦੀਆਂ ਪਹੁੰਚੀਆਂ, ਮੈਂ ਸਭ ਦਾ ਕੁਟਾਣ ਪੀਰ ਮੁਹੰਮਦ ਜੀ, ਉਹਨਾਂ ਨੇ ਵੀ ਵਿਸ਼ੇਸ਼ ਕਰਕੇ ਤੁਹਾਡੇ ਨਾਲ ਵੀ ਸੰਪਰਕ 'ਚ ਰਹੇ, ਫੋਨ 'ਤੇ ਵੀ ਉਹਨਾਂ ਨਾਲ ਗੱਲਬਾਤ ਹੋਈ। ਸੋ ਸਭ ਦਾ ਮੈਂ ਧੰਨਵਾਦ ਕਰਦਾ। ਤੇ ਮੈਂ ਇੱਕ ਬੇਨਤੀ ਕਰੂੰਗਾ ਵੀ ਬੜੇ ਪਰਵਾਨੇ ਨੇ ਜਿਹੜਾ 'ਚ ਰੁਲਦੇ ਫਿਰਦੇ, ਸਾਨੂੰ ਤਾਂ ਲੋਕ ਜਾਣਦੇ ਨੇ ਤਾਂ ਸਾਡੇ ਪਿੱਛੇ ਆ ਗਏ, ਬੜੇ ਇੱਦਾਂ ਦੇ ਨੇ ਜਿਹੜੇ ਜੇਲ੍ਹਾਂ 'ਚ ਵਾਕਈ ਅਸੀਂ ਤਾਂ ਸ਼ਾਇਦ ਵੀਡੀਓ ਦੇ ਪਰਵਾਨੇ ਹੋਵਾਂਗੇ, ਪਰ ਉਹ ਵਾਕਈ ਕੌਮ ਦੇ, ਜੇ ਕਿਤੇ ਉਹਦੇ ਸਾਰ ਲਈ ਜਾਵੇ ਤਾਂ ਵਾਕਈ ਕੌਮ ਦੇ ਪਰਵਾਨੇ ਨੇ, ਤਾਂ ਪਰਵਾਨੇ ਬਣ ਕੇ ਕੌਮ ਦੀ ਸੇਵਾ ਕਰਨਗੇ। ਉਹਨਾਂ ਨੂੰ ਜੇਲ੍ਹਾਂ 'ਚ ਬੈਠਿਆਂ ਨੂੰ ਰੁਲਾ ਨਾ ਦਿਓ, ਸਾਂਭ ਲਓ, ਇੰਨੀ ਕੁ ਬੇਨਤੀ ਮੇਰੀ ਜ਼ਰੂਰ। ਬਾਕੀ ਤੁਸੀਂ ਬਿਲਕੁਲ। ਤੇ ਨਾਲ ਮਨਜੋਤ ਸਿੰਘ ਤਲਵੰਡੀ ਵੀ ਨੇ, ਉਹਨਾਂ ਨਾਲ ਗੱਲ ਕਰਦੇ ਹਾਂ, ਕਿਉਂਕਿ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਰਿਹਾਈ ਤੱਕ ਉਹ ਨਾਲ ਹੀ ਰਹੇ ਨੇ ਬਾਬਾ ਜੀ ਦੇ, ਤੇ ਉਹਨਾਂ ਤੋਂ ਵੀ ਜਾਣਦੇ ਵੀ ਜਿੱਦਣ ਬਾਬਾ ਜੀ ਉੱਤੇ ਕੇਸ ਪੈਂਦਾ ਹੈ, ਜਿੱਦਣ ਇਹ ਸਭ ਕੁਝ ਹੁੰਦਾ ਹੈ, ਉਦਣ ਕੀ ਕੁਝ ਵਾਪਰਿਆ ਉਸ ਦਿਨ ਦੇ ਵਿੱਚ, ਤੇ ਅੱਜ ਜਦੋਂ ਰਿਹਾਈ ਹੋਈ ਹੈ, ਅੱਜ ਦੇ ਦਿਨ ਦੇ ਵਿੱਚ ਇਹਨਾਂ ਨੂੰ ਕੀ ਬਦਲਾਵ ਦੇਖਣ ਨੂੰ ਮਿਲਿਆ? ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰੀਤ ਭਾਜੀ ਦਾ, ਗੁਰਬਾਣੀ ਖੰਡ ਚੈਨਲ ਦਾ, ਦੇਖ ਰਹੀ ਜਿਹੜੀ ਸੰਗਤ। ਹਾਂਜੀ
ਮਤਲਬ ਜਿੱਦਣ ਅਰੈਸਟ ਕੀਤਾ ਗਿਆ ਸੀ ਪਰਵਾਨਾ ਜੀ ਨੂੰ ਉਦਣ ਵੀ ਤੁਸੀਂ ਸੀ, ਜਿੱਦਣ ਅੱਜ ਰਿਹਾ ਕੀਤਾ ਗਿਆ ਉਦਣ ਵੀ ਤੁਸੀਂ ਮੌਜੂਦ ਸੀ। ਇਹਨਾਂ ਦੋਨੋਂ ਘਟਨਾਕ੍ਰਮ ਦੇ ਵਿੱਚ ਤੁਹਾਨੂੰ ਸਭ ਤੋਂ ਅਚੰਭਿਤ ਕੀ ਲੱਗਿਆ? ਚੰਬਤ ਭਾਜੀ ਗੱਲ ਇਦਾਂ ਵੀ ਜਦੋਂ ਪਹਿਲੇ ਦਿਨ ਜਦੋਂ ਵੀਰ ਜੀ ਹੁਣਾਂ ਨੂੰ ਅਰੈਸਟ ਕੀਤਾ ਗਿਆ, ਖਬਰ ਆ ਗਈ, ਤੁਹਾਡੇ ਤੱਕ ਵੀ ਖਬਰ ਪਹੁੰਚਾਈ, ਤੁਸੀਂ ਵੀ ਉਸੇ ਟਾਈਮ ਅਪਡੇਟ ਦੇ ਦਿੱਤੀ ਵੀ ਪਰਵਾਨਾ ਜੀ ਨੂੰ ਗ੍ਰਿਫਤਾਰ ਕਰ ਲਿਆ। ਤੇ ਕਾਫੀ ਜਿਹੜੀ ਮੀਡੀਆ ਨੇ ਨਹੀਂ ਕਵਰ ਕੀਤਾ। ਗੱਲ ਨਿਰਾਸ਼ਤਾ ਉਦੋਂ ਆਈ ਜਦੋਂ ਅਸੀਂ ਦੂਏ ਦਿਨ ਬਲੌਂਗੀ ਥਾਣੇ ਮੂਹਰੇ ਪਹੁੰਚੇ। ਆਸ ਸੀ ਵੀ ਬਹੁਤ ਵੱਡੇ ਪੱਧਰ ਤੇ ਵੀ ਉੱਥੇ ਜਿਹੜੀ ਸੰਗਤ ਸਿੱਖ ਸੰਗਤ ਜਿਹੜੀ ਆਊਗੀ ਤੇ ਆਪਾਂ ਜਿਹੜਾ ਗੱਲਬਾਤ ਕਰਾਂਗੇ, ਪਰ ਜਿਉਂ-ਜਿਉਂ ਟਾਈਮ ਵਿਚਰਦਾ ਗਿਆ ਉਹੀ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਗਿਣਵੇਂ ਚੁਣਵੇਂ ਜਿਹੜੇ ਵੀਰ ਮੀਡੀਆ 'ਚ ਤੁਸੀਂ ਹੋਏ, ਬਾਕੀ ਜਿਹੜੀਆਂ ਜਥੇਬੰਦੀਆਂ ਜਾਗਦੀਆਂ ਉਹੀ ਆਈਆਂ। ਬਾਕੀ ਜਿਨ੍ਹਾਂ ਨੂੰ ਕਈਆਂ ਨੂੰ ਫੋਨ ਕੀਤੇ ਗਏ, ਉਸੇ ਟਾਈਮ ਉਹਨਾਂ ਨੇ ਜਦੋਂ ਇਹ ਸੁਣਿਆ ਵੀ ਪਾਕਿਸਤਾਨ ਨਾਲ ਲਿੰਕ ਜੁੜੇ ਜਾ ਰਿਹਾ ਤੇ ਅੱਧੇ ਕੁ ਤਾਂ ਘਰਾਂ 'ਚ ਹੀ ਰਹਿ ਗਏ। ਤੇ ਬੜਾ ਉਸੇ ਟਾਈਮ ਮਨ 'ਚ ਆਇਆ ਖਿਆਲ ਵੀ ਕੀ ਆਪਾਂ ਸਾਰਾ ਦਿਨ ਦੌੜਦੇ ਆਂ ਭੱਜਦੇ ਆਂ ਵੀ ਮਤਲਬ ਅੱਜ ਕਿਉਂ ਨਹੀਂ ਸੰਗਤ ਕਿਉਂ ਨਹੀਂ ਖੜ ਰਹੀ। ਤੇ ਬੜਾ ਉਹਦਾ ਮਨ 'ਚ ਆਇਆ, ਪਰ ਫਿਰ ਵੀ ਚਲੋ ਇਹਨਾਂ ਨਾਲ ਫਿਰ ਸੀਏ ਦੇ ਵਿੱਚ ਜਦੋਂ ਮੁਲਾਕਾਤ ਹੋਈ ਤੀਏ ਦਿਨ ਮੈਂ ਗੱਲਬਾਤ ਕੀਤੀ। ਮੈਂ ਕਿਹਾ ਵੀ ਇੱਦਾਂ ਇਹਨਾਂ ਨੇ ਇੱਕ ਹੀ ਗੱਲ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਨੇ ਮੈਨੂੰ ਗੱਲ ਕਹੀ, ਕਹਿੰਦੇ ਮਨਜੋਤ ਅਸੀਂ ਆਪਣੇ ਲਈ ਕਰਦੇ ਹਾਂ ਨਾ, ਅਸੀਂ ਕਿਸੇ ਤੇ ਆਸ ਨਹੀਂ ਰੱਖਣੀ, ਅਸੀਂ ਗੁਰੂ ਦੀ ਨਿਗਾਹ ਦੇ ਵਿੱਚ ਚੰਗਾ ਕਰਨਾ, ਬਾਕੀ ਉਹ ਗੁਰੂ ਸਾਹਿਬ ਦੀ ਕਿਰਪਾ ਵੀ ਜੋ ਵੀ ਹੋਊਗਾ ਉਹ ਸੱਚ ਹੋਊਗਾ। ਤੇ ਸੱਚ ਆਇਆ ਵੀ ਆ ਸਾਹਮਣੇ। ਅੱਜ ਅਸੀਂ ਲੜਾਈ ਜਿੱਤ ਕੇ ਜਿਹੜਾ ਘਰ 'ਚ ਪਹੁੰਚ ਚੁੱਕੇ ਹਾਂ, ਕਿਉਂਕਿ ਜੋ ਝੂਠ ਨਹੀਂ ਬੋਲਿਆ ਗਿਆ ਉਹਨਾਂ ਨੇ ਇੰਨਾ ਕੁਫਰ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਤੋਲਿਆ, ਪਰ ਅਸੀਂ ਬਿਲਕੁਲ ਬਰੀ ਹੋ ਕੇ ਅੱਜ ਜਿਹੜੇ ਉਹਨਾਂ ਨੂੰ ਕੱਖ ਨਹੀਂ ਮਿਲਿਆ। ਗੱਲ ਕੀ ਆ, ਕੇਸ ਤਾਂ ਚੱਲੂਗਾ, ਫਾਈਟ ਕਰਾਂਗੇ, ਅਸੀਂ ਲੜਾਂਗੇ, ਪਰ ਜਿਹੜਾ ਉਹਨਾਂ ਨੇ ਇਲਜ਼ਾਮ ਲਾਏ ਅਸਲਾ ਕੀ ਬਹੁਤ ਕੁਝ ਲਾਇਆ, ਕੱਖ ਨਹੀਂ ਮਿਲਿਆ ਉਹਨਾਂ ਨੂੰ। ਹਾਂਜੀ, ਬਹੁਤ ਬਹੁਤ ਧੰਨਵਾਦ। ਤੇ ਨਾਲ ਵਿਸ਼ਾਲ ਨਾਥ ਵੀ ਨੇ, ਤੇ ਵਿਸ਼ਾਲ ਨਾਥ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਹ ਹਿੰਦੂ ਵੀਰ ਹਮੇਸ਼ਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਕਰਦਾ ਹੋਇਆ ਨਜ਼ਰ ਆਉਂਦਾ, ਕਿਉਂਕਿ ਉਹਨਾਂ ਦੇ ਸਿਧਾਂਤ ਇਹ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ। ਜਦੋਂ ਇਤਿਹਾਸ ਉਹਨਾਂ ਦਾ ਪੜ੍ਹਿਆ ਤੇ ਇੰਨਾ ਕੀ ਪ੍ਰਭਾਵਿਤ ਹੋਇਆ ਕਿ ਇਹ ਸਿੱਖ ਕੌਮ ਦੇ ਨਾਲ ਤਨੋ ਮਨੋ ਧਨੋ ਜੁੜ ਗਿਆ। ਕਿਤੇ ਨਿਹੰਗ ਸਿੰਘਾਂ ਨੂੰ ਜਿੱਥੇ ਘੋੜਿਆਂ ਦੀ ਲੋੜ ਸੀ ਇਹਨੇ ਜਾ ਕੇ ਉਹਨਾਂ ਨੂੰ ਘੋੜੇ ਦਿੱਤੇ, ਅਗਰ ਮੋਰਚੇ 'ਤੇ ਕਿਸੇ ਚੀਜ਼ ਦੀ ਲੋੜ ਸੀ ਉੱਥੇ ਵੀ ਇਹਨਾਂ ਨੇ ਸੇਵਾ ਪਹੁੰਚਾਈ, ਕਿਸੇ ਲੋੜਵੰਦ ਨੂੰ ਅਗਰ ਘਰ ਦੀ ਲੋੜ ਸੀ ਗ੍ਰੰਥੀ ਸਿੰਘਾਂ ਨੂੰ ਤਾਂ ਇਹਨਾਂ ਨੇ ਉੱਥੇ ਵੀ ਸੇਵਾ ਪਹੁੰਚਾਈ। ਮੈਂ ਦੱਸ ਨਹੀਂ ਸਕਦਾ ਕਿ ਕਿੰਨੀ ਕੀ ਸੇਵਾ ਇਹ ਅੰਦਰ ਖਾਤੇ ਕਰਦੇ ਨੇ ਜਿਹਦਾ ਦਾ ਜ਼ਿਕਰ ਵੀ ਨਹੀਂ ਹੁੰਦਾ, ਪਰ ਪਰਵਾਨਾ ਜੀ ਦੇ ਨਾਲ ਇੱਕ ਇਹਨਾਂ ਦਾ ਵੱਖਰਾ ਰਿਸ਼ਤਾ ਹੈ ਤੇ ਇਹ ਵੀ ਡੇ 1 ਤੋਂ ਹੁਣ ਤੱਕ ਰਿਹਾਈ ਤੱਕ ਪਰਵਾਨਾ ਜੀ ਦੇ ਨਾਲ ਜੁੜੇ ਹੋਏ ਸੀ। ਤੇ ਇਹਨਾਂ ਤੋਂ ਵੀ ਜਾਣਦੇ ਹਾਂ ਕਿ ਕੀ ਕਹਿਣਾ ਚਾਹੋਗੇ ਕਿ ਜੋ ਕੁਝ ਪਰਵਾਨਾ ਜੀ ਦੇ ਨਾਲ ਹੋਇਆ ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ? वाहेगुरु जी का खालसा, वाहेगुरु जी की फतेह, जय माता दी सभी को। देखो, प्रशासन ने जो परवाना जी के साथ किया हम उसकी बात कर रहे हैं, लेकिन जो सिख संगतों ने किया आज मैं उसकी बात करता हूँ। मैं बोलना नहीं चाह रहा था, पता नहीं बोलना सही है कि नहीं, लेकिन मैंने परवाना जी के घर में फ़ोन किया और मेरे को इनके यहीं से कांटेक्ट हुआ, मुझे पता नहीं था। और मैंने जब फ़ोन किया तो मुझे एक ही बात बोली गई, कहते कि आप पहले इंसान हो कि परवाना जी के अंदर होने के बाद जिसने घर आके घर का हालचाल पूछा। बड़ा मन भरा। मैंने घर में बोला, मैंने किसी भी चीज़ का कोई भी ज़रूरत हो, चलो पैसे की इनको ज़रूरत नहीं है, ठीक है, परिवार बैठा हुआ, लेकिन मैंने कहा फिर भी कुछ भी ज़रूरत हो, मैंने कहा मैं जितना हो सकता है सोशल मीडिया के ज़रिए आवाज़ उठाऊँगा, जो हो सकता है वो मैं करूँगा। लेकिन एक दुख जो है ना, ये बहुत बड़ा दुख लगा है एक, कि इतना जब काम करने के बाद भी, और यही दुख परवाना जी को भी है कहीं ना कहीं, इतना काम करने के बाद भी है। और परवाना जी की वाइफ ने भी जो है, उन्होंने भी इंटरव्यू में जो बोला था कि जो सबके साथ खड़े होते हैं, आज हम देख रहे हैं कोई खड़ा ही नहीं हो रहा हमारे साथ। मतलब बड़ी बड़ी जो जितनी भी सिख जथेबंदियां हैं या कहते कहाते लोग हैं, वो उनमें से अपने आप को सिख बुद्धिजीवी जो अपने आप को बोलते हैं, जो बाहर परवाना जी को बाजुएं खोल खोल के छाती से लगाते थे, उनमें से कोई नज़र नहीं आया। बिल्कुल नज़र नहीं आया, बिल्कुल भी नहीं नज़र आया। जो अपन बात भी करें, जैसे वो है जो गुग्गू साहब के नाम के नवदेव सिंह गुग्गू है ना, जिनका जी नवतेज गुग्गू, तेज भाई जो है ना, तो देखो उनको जब ज़रूरत पड़ी थी तो परवाना जी सड़क पर बैठे हुए थे, इन्होंने सड़क पर बैठ के धरने दिए हैं, लेकिन चलो उसके बाद वो आए हैं। नवतेज गुग्गू भी डे 1 से जो है मैं बता रहा हूँ कि वो जो है वो उन्हीं की बात कर रहा हूँ मैं, कि वो आए हैं, लेकिन ये क्या है कि
उन्होंने एहसान नहीं, वो एहसान फरामोश नहीं निकले। उन्हें पता है कि परवाना जी खड़े हुए थे, तो डे वन से आए तो वो जितनी कोशिश कर सकते थे, सिर्फ उन्होंने एक जो है, एक वो हो गए, एक अपने वीर जी है ना, ये वीर जी मनजोत वीर जी हो गए, तो और एक दो और लोग हो गए कि जिन्होंने जितना जोर लगा सकते थे, क्योंकि ये समाज सेविक है, इनके ये जो है जथेबंदियाँ नहीं हैं, ये समाज सेविक है। मैं एक समाज सेविक हूँ, ठीक है। मैं ज़रूरतमंदों के लिए अगर आप मेरे को बोलोगे तो मैं यार लाख रुपए भी इकट्ठा कर दूंगा, लेकिन अगर आप मेरे को बोलोगे यार 10 बंदे इकट्ठे करने हैं, मेरे से नहीं इकट्ठे होंगे। क्यों? क्योंकि हम मदद ही गरीब लोगों की करते हैं, हम उन बेसहारों की मदद करते हैं। तो वो मदद जो आती है वो बाहर से भी आती है। जैसे बोला जाता है कि अभी बोला गया कि फंडिंग ये लिया, तो मेरे यहाँ पर भी जो है मतलब कि हम जब परवाना जी के, मैं यहाँ पर बोलता हूँ कि ये लीजिए आपके अकाउंट में पैसे डाल रहा हूँ, इन्हीं के अकाउंट में पैसे डालने के बाद इन्हीं के साथ जाकर, जैसे आप लोग बताएं ईंटों की सेवा थी, तो वो कन्वर्ट करना था, तो इन्हीं से 50,000 रुपये डालने का, इन्हीं के अकाउंट से मैंने खुद 50,000 वो निकलवा कर दूसरे को दे दिए। लेकिन स्टेटमेंट में तो ये आएगा कि परवाने के खाते में पैसा है। खाने में गए। अब खर्चा कौन है? अब मेरी बात तो, ईंटें जो मैंने दी, 3 घर मैंने अभी तक इनसे मिलकर बनवाए हैं और भी किया है, तो अब मेरे को तो उसका हम बिल कहाँ से लेके आएंगे? मेरे से कोई पूछता है तो क्या सेवा दी, मैं क्या दिखाऊं? ईंटें, ये देखो ईंटें, दीवारें कोर्ट में ਮਤਲਬ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਸੇਵਾ ਕੋਈ ਵੀ ਕਿਸੇ ਵੀ ਮਕਸਦ ਦੇ ਨਾਲ ਕਿਤੋਂ ਵੀ ਭੇਜ ਸਕਦਾ ਹੈ। ਜਿੱਦਾਂ ਇਹਨਾਂ ਨੇ ਸੇਵਾ ਭੇਜੀ ਹੈ ਤੇ ਆਪ ਹੀ ਪਰਵਾਨਾ ਜੀ ਦੇ ਖਾਤੇ 'ਚ ਇਹਨਾਂ ਨੇ ਪੈਸਾ ਪਾਇਆ, ਆਪ ਹੀ ਕਢਵਾਇਆ ਤੇ ਆਪ ਹੀ ਸਾਹਮਣੇ ਭੁਗਤਾਇਆ। ਉਹ 2 ਗ੍ਰੰਥੀਆਂ ਦੇ ਘਰ ਬਣੇ, 3 ਗ੍ਰੰਥੀਆਂ ਦੇ ਘਰ ਬਣੇ, ਤਾਂ ਹੁਣ ਉਹਨੂੰ ਅਗਰ ਤੁਸੀਂ ਕਹੋਗੇ ਕਿ ਬਲੈਕ ਮਨੀ ਹੈ ਜਾਂ ਫੰਡਿੰਗ ਹੋਈ ਹੈ, ਤਾਂ ਫਿਰ ਉਹ ਤਾਂ ਪਰਵਾਨਾ ਜੀ ਪਹਿਲਾਂ ਹੀ ਜਵਾਬ ਦੇ ਕੇ ਗਏ ਨੇ। ਤਾਂ ਫਿਰ ਪਤਾ ਕਰ ਲਓ ਵੀ ਜਿਹਨਾਂ ਦੇ ਖਾਤੇ ਚੱਲਦੇ ਨੇ ਸਮਾਜ ਸੇਵਾ ਦੇ ਨਾਮ ਦੇ ਉੱਤੇ, ਉਹਨਾਂ ਨੂੰ ਫੰਡਿੰਗ ਕਿੱਥੋਂ ਆਉਂਦੀ ਹੈ। ਇੱਕ ਹੋਰ ਸ਼ਖਸੀਅਤ ਕੌਮ ਦੀ ਸਾਡੇ ਨਾਲ ਮੌਜੂਦ ਹੈ, ਬਾਬਾ ਬਖਸ਼ੀਸ਼ ਸਿੰਘ ਜੀ, ਅਤੇ ਉਹ ਵੀ ਡੇ 1 ਤੋਂ ਨਾਲ ਜੁੜੇ ਹੋਏ ਨੇ, ਪਰਿਵਾਰ ਨੂੰ ਵੀ ਵਿੱਚ ਆ ਕੇ ਮਿਲ ਕੇ ਗਏ, ਮਾਤਾ ਜੀ ਨੂੰ ਅਤੇ ਪਰਵਾਨਾ ਜੀ ਦੀ ਸਿੰਘਣੀ ਨੂੰ, ਬੱਚਿਆਂ ਨੂੰ, ਸਭ ਨੂੰ ਮਿਲ ਕੇ ਗਏ ਉਹ, ਅਤੇ ਅੱਜ ਵੀ ਉਹ ਨਾਲ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਵੀ ਜਾਣਦੇ ਹਾਂ ਕਿ ਇਸ ਸਾਰੇ ਘਟਨਾਕ੍ਰਮ ਨੂੰ ਉਹ ਕਿਸ ਤਰੀਕੇ ਨਾਲ ਦੇਖਦੇ ਨੇ, ਅਤੇ ਕਿਉਂ ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਸਿੰਘ ਨੇ ਉਹਨਾਂ ਦੇ ਨਾਲ ਹੀ ਅਜਿਹਾ ਵਰਤੀਰਾ ਹੁੰਦਾ ਹੈ, ਉਹਨਾਂ ਨੂੰ ਹੀ ਚੱਕ ਕੇ ਜੇਲ੍ਹਾਂ 'ਚ ਡੱਕਣ ਵਾਸਤੇ ਕਿਉਂ ਬੇਤਾਬ ਰਹਿੰਦੀ ਹੈ ਇਹ ਪੁਲਿਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਆ ਜਾਓ, ਇੱਥੇ ਆ ਜਾਓ ਤੁਸੀਂ ਵੀ ਬਾਬਾ ਜੀ। ਪੁਲਿਸ ਹਮੇਸ਼ਾ ਗੁਰਸਿੱਖ ਸਿੰਘਾਂ ਨੂੰ ਹੀ ਚੱਕ ਕੇ ਜੇਲ੍ਹਾਂ 'ਚ ਡੱਕਣ ਵਾਸਤੇ ਕਿਉਂ ਬੇਤਾਬ ਰਹਿੰਦੀ? ਅਸਲ ਕੀ ਹੈ ਕਿ ਮੈਂ ਇੱਕ ਤੁਹਾਨੂੰ ਗੱਲ ਦੱਸਣੀ ਚਾਹਾਂਗਾ ਕਿ ਇੱਕ ਹੁੰਦੀ ਆ ਮਾਨਸਿਕ ਗੁਲਾਮੀ ਤੇ ਇੱਕ ਹੁੰਦੀ ਆ ਸਰੀਰਕ ਗੁਲਾਮੀ। ਸਿੱਖਾਂ ਨੇ ਕਦੀ ਵੀ ਮਾਨਸਿਕ ਗੁਲਾਮੀ ਦੇ ਵਿੱਚ ਨਹੀਂ ਰਹੇ ਹੈ, ਸਰੀਰਕ ਗੁਲਾਮੀ 'ਚ ਰਹੇ ਨੇ। ਜਿਨ੍ਹਾਂ ਦਾ ਅੱਜ ਰਾਜ ਆ ਉਹ ਸਦੀਆਂ, ਸੈਂਕੜੇ ਸਾਲ ਉਹ ਮਾਨਸਿਕ ਗੁਲਾਮੀ 'ਚ ਰਹੇ ਨੇ, ਅਤੇ ਉਹਨਾਂ ਨੂੰ ਅਜੇ ਵੀ, ਜਿਵੇਂ ਆਪਾਂ ਸੁੱਤੇ ਸੁੱਤ ਕਈ ਵਾਰੀ ਕਹਿ ਨਹੀਂ ਜਾਂਦੇ, ਮੈਨੂੰ ਤਾਂ ਅਜੇ ਯਕੀਨ ਹੀ ਨਹੀਂ ਹੋਇਆ ਕਿ ਮੈਂ ਉੱਠ ਪਿਆ, ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਮੈਂ ਜਾਗ ਪਿਆ, ਜਾਂ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਮੈਂ ਆਪਣੇ ਘਰ ਆ ਗਿਆ। ਉਹਨਾਂ ਨੂੰ ਅਜੇ ਤੱਕ ਇਹ ਯਕੀਨ ਨਹੀਂ ਹੈਗਾ ਕਿ ਅਸੀਂ ਗੁਲਾਮੀ 'ਚੋਂ ਨਿਕਲ ਆਏ ਹਾਂ। ਮਾਨਸਿਕ ਗੁਲਾਮੀ ਇੰਨੀ ਖਤਰਨਾਕ ਆ, ਉਹਨਾਂ ਨੂੰ ਸਦਾ ਹੀ ਇਹ ਡਰ ਰਹਿੰਦਾ ਆ ਕਿ ਜਿਨ੍ਹਾਂ ਲੋਕਾਂ ਨੇ 100 ਚੋਂ 92-93 ਸਿਰ ਦੇ ਕੇ, ਅਤੇ ਜਿਨ੍ਹਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਸੀ ਡੁੱਬਦਾ, ਉਹਨਾਂ ਨੂੰ ਇੱਥੋਂ ਚੱਲਦਾ ਕਰ ਦਿੱਤਾ ਫਾਂਸੀਆਂ ਝੂਟ ਕੇ, ਤਾਂ ਚਿੱਟੇ ਦਿਨ ਉਹ ਸਾਂਡਰਸ ਵਰਗਿਆਂ ਦਾ ਕਤਲ ਕਰਦੇ ਨੇ। ਚਿੱਟੇ ਦਿਨ ਉਹ ਸਹੁੰ ਚੁੱਕ ਕੇ 20 ਸਾਲਾਂ ਬਾਅਦ ਲੰਦਨ ਜਾ ਕੇ ਉਹ ਡਾਇਰ ਨੂੰ ਮਾਰਦੇ ਨੇ। ਉਹ ਪੰਜਾਬ ਤੋਂ ਚੱਲ ਕੇ ਪੂਨੇ ਦੇ ਵਿੱਚ ਜਰਨਲ ਨੂੰ ਮਾਰ ਦਿੰਦੇ ਨੇ। ਉਹ ਬਹੁਤ ਇੱਦਾਂ ਦੇ ਕੰਮ ਨੇ ਜਿਨ੍ਹਾਂ ਨੂੰ ਤੁਹਾਨੂੰ ਐਂ ਅਚੰਭਾ ਲੱਗੇਗਾ ਕਿ ਇਹ ਆਪਣੇ ਆਪ 'ਚ ਇੱਕ ਘਟਨਾ ਨਹੀਂ ਹੈਗੀ, ਅਕਾਲ ਪੁਰਖ ਦਾ ਵਰਤਾਰਾ ਆ। ਉਹ ਐਡਾ ਵੱਡਾ ਵਰਤਾਰਾ ਕਿ ਤੁਰੇ ਜਾਂਦੇ ਵੀ 2 ਤੋਂ 12 ਲੱਗਦੇ ਹੁੰਦੇ ਸੀ। 2 ਬੰਦੇ ਤੁਰੇ ਜਾਂਦੇ ਆ ਤਾਂ ਸਵੇਰੇ ਖਬਰ ਲੱਗਦੀ ਸੀ ਵੀ 12 ਬੰਦੇ ਲੰਘ ਕੇ ਗਏ ਆ। ਸੋ ਇਹ ਜਿਹੜੇ ਸਿੱਖ ਕੌਮ ਦੇ ਜਿਹੜੇ ਹਾਲਾਤ ਨੇ, ਜਿਹੜੀ ਸਾਡੇ 'ਤੇ ਰਾਜ ਕਰ ਰਹੀ ਧਿਰਾ, ਉਹ ਮਾਨਸਿਕ ਗੁਲਾਮੀ ਦੇ ਵਿੱਚ ਆ, ਇੰਨੀ ਡੂੰਘੀ ਗੁਲਾਮੀ ਦੇ ਵਿੱਚ ਆ। ਉਹਨੂੰ ਸਦਾ ਹੀ ਇਹ ਡਰ ਆ ਕਿ ਇਹ ਲੋਕ ਜਿਹੜੇ ਨੇ, ਇਹ ਜਿੰਨੇ ਇਹਨਾਂ ਦੇ ਲਿੰਕ ਵਧਣਗੇ, ਜਿੰਨਾ ਇਹ ਨਿਆਸਰਿਆਂ ਦਾ ਆਸਰਾ ਬਣਨਗੇ, ਜਿੰਨਾ ਇਹ ਲੋਕਾਂ ਦੇ ਵਿੱਚ ਮਕਬੂਲ ਹੋਣਗੇ,
ਜਿੰਨਾ ਹੀ ਜ਼ਿਆਦਾ ਲੋਕਾਂ 'ਚ ਜਾਣਗੇ, ਜਿੰਨੀ ਇਹਨਾਂ ਦੀ ਜੈ ਜੈਕਾਰ ਹੋਏਗੀ, ਓਨਾ ਹੀ ਇਹ ਵਧਣ ਫੁੱਲਣਗੇ। ਸੋ ਸਾਨੂੰ ਉਹ ਵਧਣ ਫੁੱਲਣਾ ਨਹੀਂ ਦੇਣਾ ਚਾਹੁੰਦੇ। ਖਤਰਾ ਸਮਝਦੇ ਨੇ ਜਿਹੜਾ ਵੱਧਦੇ ਨੇ ਫੁੱਲਦੇ। 100% ਮੈਂ ਜਿਹੜੀ ਪਹਿਲਾਂ ਗੱਲ ਕਹੀ ਆ ਕਿ ਸਿੱਖ ਕਦੀ ਵੀ ਮਾਨਸਿਕ ਗੁਲਾਮੀ 'ਚ ਨਹੀਂ ਰਹੇ, ਸਰੀਰਕ ਗੁਲਾਮੀ 'ਚ ਰਹੇ ਨੇ, ਜੰਜੀਰਾਂ 'ਚ ਵੀ ਰਹੇ ਨੇ, ਬੰਦ ਵੀ ਕਟਾਏ ਨੇ ਉਹਨਾਂ, ਹੁਣ ਵੀ ਜੇਲ੍ਹਾਂ ਦੇ ਵਿੱਚ ਨੇ। ਪਰ ਤੁਸੀਂ ਜਦੋਂ ਵੀ ਕਿਸੇ ਸਿੰਘ ਨੂੰ ਮਿਲੋਗੇ, ਚਾਹੇ ਉਹ 20 ਸਾਲ ਜੇਲ੍ਹ 'ਚ ਰਿਹਾ, ਚਾਹੇ ਉਹ 28 ਸਾਲ, ਭਾਈ ਲਾਲ ਸਿੰਘ ਅਕਾਲਗੜ੍ਹ 28 ਸਾਲ ਜੇਲ੍ਹ 'ਚ ਰਹੇ ਨੇ, ਤੁਸੀਂ ਉਹਨਾਂ ਨੂੰ ਪੁੱਛੋਗੇ ਜੇਲ੍ਹ ਦੀ ਡਿਉੜੀ 'ਚੋਂ ਨਿਕਲਦਿਆਂ ਵੀ ਭਾਈ ਲਾਲ ਸਿੰਘ ਜੀ ਕਿਵੇਂ ਆ, ਉਹਨਾਂ ਨਾਲ ਚੜ੍ਹਦੀ ਕਲਾ ਆ। ਕਦੀ ਉਹਨਾਂ ਨੇ ਇਹ ਨਹੀਂ ਕਿਹਾ ਮਰ ਗਏ ਹੋ, ਲੁੱਟੇ ਗਏ ਹੋ, ਅਸੀਂ ਇੰਝ ਹੋ ਗਏ, ਅਸੀਂ ਆਹ ਹੋ ਗਏ। ਤੁਸੀਂ ਜਦੋਂ ਕਿਸੇ ਸਿੱਖ ਯੋਧੇ ਨੂੰ ਪੁੱਛੋਗੇ ਵੀ ਤੂੰ ਜੇਲ੍ਹ 'ਚ ਤੈਨੂੰ ਕਿੰਨਾ ਸਮਾਂ ਹੋ ਗਿਆ, ਕਿਤੇ ਜਾਓਗੇ ਡਿਊਟੀ ਦੇ ਅੱਗੇ ਜਦੋਂ ਕਿਸੇ ਸਿੰਘ ਦੀ ਰਿਹਾਈ ਹੋਈ, ਤਾਂ ਉਹ ਤੁਹਾਨੂੰ ਕਹੇਗਾ 5 ਸਾਲ, 2 ਸਾਲ, 6 ਸਾਲ, 8 ਸਾਲ, 10 ਸਾਲ। ਜਦੋਂ ਇਹਨਾਂ ਦੀ ਕੌਮ ਦੇ ਕਿਸੇ ਬੰਦੇ ਨੂੰ ਪੁੱਛੋਗੇ ਸੂਰੀ ਵਰਗਿਆਂ ਨੂੰ, ਤੇ ਉਹ ਪਤਾ ਕਿੰਨੇ ਕਹਿਣਗੇ? 90 ਦਿਨ, 24 ਦਿਨ, 400 ਘੰਟਾ, ਇਹ ਇਹਨਾਂ ਦੀਆਂ ਜੇਲ੍ਹਾਂ ਦਾ ਸਮਾਂ ਆ। ਸਮਝੋ ਗੱਲ। ਤਾਂ ਉਹ ਇੰਨਾ ਜ਼ਿਆਦਾ ਇਸ ਜਿਹੜੀ ਕਲਗੀਧਰ ਪਾਤਸ਼ਾਹ ਦੀ ਚਿਣਗ ਲੱਗੀ ਹੋਈ ਆ ਉਸ ਕੌਮ ਤੋਂ ਇੰਨਾ ਡਰਦੇ ਨੇ ਕਿ ਹਾਏ ਕਿਤੇ ਦਿੱਲੀ ਦੱਬ ਨਾ ਲੈਣਾ, ਹਾਏ ਕਿਤੇ ਦਿੱਲੀ ਦੱਬ ਨਾ ਲੈਣਾ। ਉਹ ਕਹਿੰਦੇ ਜਿਹੜੇ ਮੁਗਲਾਂ ਦੇ ਦਿਆਂ ਵਰਗੇ ਕੱਦ ਸਨ, ਜਿਹੜੇ ਸਾਬਤ ਬੱਕਰਾ ਖਾਏ ਨੇ ਨਾ ਕੱਲੇ, ਉਹਨਾਂ ਤੋਂ 18-19 ਵਾਰੀ ਦਿੱਲੀ ਖੋਲ੍ਹੀ ਉਹਨਾਂ ਨੇ। ਅਤੇ ਅਸੀਂ ਕਿਹੜੇ ਬਾਗ ਦੀ ਮੂਲੀਆਂ ਜਿਹੜੇ ਇੱਕ ਮੁਰਗੇ ਨੂੰ 50 ਬੰਦਿਆਂ 'ਚ ਵੰਡ ਕੇ ਖਾ ਲੈਂਦੇ ਹਾਂ। ਸਮਝ ਗਏ ਗੱਲ ਕਿ ਨਹੀਂ? ਤਾਂ ਜਿਹੜੇ ਦੁਨੀਆ ਦੇ ਜਿਹੜੇ ਖਿੱਤੇ ਨੂੰ ਕੋਈ ਦੁਨੀਆ ਦੀ ਤਾਕਤ ਜਿੱਤ ਨਹੀਂ ਸਕੀ, ਉੱਥੇ ਵੀ ਇੱਥੇ ਮੈਂ ਕਹਾਂਗਾ ਕਿ ਅਕਾਲ ਪੁਰਖ ਦਾ ਵਰਤਾਰਾ ਵਰਤਿਆ, ਉੱਥੇ ਵੀ ਸਿੰਘਾਂ ਨੇ ਝੰਡੇ ਚਲਾਏ। ਅੱਜ ਬਹੁਤ ਲੋਕ ਜਦੋਂ ਇਹ ਗੱਲਾਂ ਕਰਦੇ ਨਾ ਕਿ ਕਿਤੇ ਸਿੱਖਾਂ ਨਾਲ ਲੜ ਕੇ ਵੇਖੋ, ਤੁਹਾਨੂੰ ਇੰਜ ਕਰ ਦਾਂਗੇ, ਮੈਂ ਕਹਿੰਦਾ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਸਾਡੀ ਅੱਜ ਉਹਨਾਂ ਨਾਲ ਲੜਾਈ ਨਹੀਂ ਹੈਗੀ। ਸਾਡੀ ਜਦੋਂ ਵੀ ਸਮਾਂ ਬਦਲਦਾ, ਤੁਹਾਡੇ ਦੁਸ਼ਮਣ ਚੇਂਜ ਹੁੰਦੇ ਨੇ, ਖਿੱਤੇ ਬਦਲਦੇ ਨੇ, ਦੇਸ਼ਾਂ ਦੇ ਹਿੱਤ ਬਦਲਦੇ ਨੇ, ਬਹੁਤ ਕੁਝ ਚੇਂਜ ਹੁੰਦਾ ਹੈ, ਸਦਾ ਬਹੁਤ ਕੁਝ ਇੱਕ ਨਹੀਂ ਰਹਿੰਦਾ। ਅਤੇ ਮੈਂ ਤੁਹਾਨੂੰ ਜਿਹੜੀ ਗੱਲ 'ਤੇ ਆਪਾਂ ਆਉਣਾ ਚਾਹੁੰਦੇ ਹਾਂ ਕਿ ਪਰਵਾਨਾ ਹੀ ਕਿਉਂ, ਪਰਵਾਨਾ ਹੀ ਕਿਉਂ, ਜਦ ਇਹਦੇ ਪੈਰਲਰ ਹਿੰਦੂਆਂ ਦੇ ਐਡੇ ਐਡੇ ਵੱਡੇ ਟਰਸਟ ਨੇ ਜਿੱਥੇ 60 ਹਜ਼ਾਰ ਬੱਚਾ ਪੜ੍ਹਦਾ, 60 ਹਜ਼ਾਰ ਅਤੇ ਸਾਡੇ ਕਿੰਨੇ ਆ? 150-200 ਦੀ ਬੱਚੇ ਦੀ ਮਦਦ ਕਰਨ ਵਾਲਾ ਇੱਕ ਪਰਵਾਨਾ, ਇੱਕ ਗਰੀਬ ਸਿੱਖ। ਤਾਂ ਉਹ ਵੀ ਇਸ ਹਕੂਮਤ ਤੋਂ ਬਰਦਾਸ਼ਤ ਨਹੀਂ ਵੀ ਕਿਤੇ ਜਿਨ੍ਹਾਂ ਦੀ ਇਹ ਮਦਦ ਕਰਨ ਤੁਰੇ ਨੇ, ਕਿਤੇ ਕੱਲ੍ਹ ਨੂੰ ਇਹ ਬਾਗੀ ਨਾ ਹੋ ਜਾਣ, ਕਿਤੇ ਇਹ ਨਾ ਕਹਿਣ ਵੀ ਅਸੀਂ ਦਿੱਲੀ ਨੂੰ ਤੁਰਨ ਲੱਗੇ ਹਾਂ। ਕਿ ਉਹਨਾਂ ਦੀ ਜਿਹੜੀ ਬੜਕ ਆ, ਜਿਹੜੀ ਉਹਨਾਂ ਦੀ ਫੁਨਕਾਰ ਆ, ਉਹ ਤੋਂ ਹੀ ਡਰ ਉੱਠਦੇ ਨੇ। ਅਜੇ ਤੱਕ ਮੈਂ ਦਾਅਵਾ ਕਰਨਾ ਕਿ ਹਿੰਦੂ ਕੌਮ ਜਿਹੜੀ ਆ ਉਹ ਅਜੇ ਗੁਲਾਮੀ 'ਚੋਂ ਮਾਨਸਿਕ ਤੌਰ 'ਤੇ ਆਜ਼ਾਦ ਨਹੀਂ ਹੋਈ, ਚਾਹੇ ਉਹਨੂੰ 70 ਸਾਲ ਹੋ ਗਏ ਆ ਆਪਣੇ ਆਪ ਨੂੰ ਆਜ਼ਾਦ ਹੋਇਆਂ ਨੂੰ। ਪਰ ਸਿੱਖ ਕੌਮ ਜਿਹੜੀ ਆ 1800 ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਜਾਂਦਾ ਆ, ਉਹਦੀ ਸ਼ਾਮ ਪੈਂਦੀ ਆ ਖਾਲਸਾ ਰਾਜ ਦੀ, ਉਦੋਂ ਤੋਂ ਲੈ ਕੇ ਤਾਂ ਚਮਕੌਰ ਦੀ ਗੜੀ ਤੋਂ ਲੈ ਕੇ 1984 ਸਾਕੇ ਤੱਕ ਸਿੱਖ ਜਿਹੜੇ ਨੇ ਉਹ ਮਾਨਸਿਕ ਆਜ਼ਾਦ ਨੇ ਅਤੇ ਅੱਜ ਵੀ ਆਜ਼ਾਦ ਨੇ। ਸੋ ਇਸ ਕੌਮ ਤੋਂ ਸੱਚਾ ਡਰਦੇ ਨੇ ਅਤੇ ਡਰ ਕੇ ਹੀ ਇਹਨਾਂ ਨੂੰ ਰਹਿਣਾ ਚਾਹੀਦਾ ਹੈ। ਇਹ ਮੇਰੀ ਉਹਨਾਂ ਨੂੰ ਜਿਹੜੀ ਆ ਤਾਕੀਦ ਵੀ ਆ ਕਿ ਡਰੋ, ਤੁਹਾਨੂੰ ਡਰਨਾ ਚਾਹੀਦਾ ਆ, ਕਿਉਂਕਿ ਜਿਹੜਾ ਖਾਲਸਾ ਇਹ ਕਿਸੇ ਨੂੰ ਡਰਾਉਂਦਾ ਨਹੀਂ ਹੈਗਾ, ਪਰ ਤੁਹਾਨੂੰ ਡਰ ਕੇ ਹੀ ਰਹਿਣਾ ਚਾਹੀਦਾ, ਕਿਉਂਕਿ ਤੁਸੀਂ ਉਹ ਕੌਮ ਹੋ ਜਿਨ੍ਹਾਂ ਨੇ ਸਾਹਮਣੇ ਕਦੀ ਕੁਝ ਨਹੀਂ ਕਰਨਾ। ਤੁਸੀਂ ਇੰਨੀ ਜ਼ਿਆਦਾ ਬੈਕ 'ਤੇ ਜਾ ਕੇ ਜਾਲ ਉੰਨਾ ਆ। ਮੈਂ ਤੁਹਾਨੂੰ ਇੱਕ 2 ਸ਼ਬਦਾਂ 'ਚ ਗੱਲ ਕਰਕੇ ਮੈਂ ਗੱਲ ਨਿਬੇੜਾਂਗਾ, ਬਹੁਤ ਲੰਮਾ ਹੋ ਗਿਆ ਕੰਮ। ਕਿ ਇੱਕ ਸਵਾਲ ਕਰਦਾ ਕਿ ਜਿਹੜੀ ਹਿੰਦੂ ਕੌਮ ਆ ਇਹ ਕਿਵੇਂ ਦੀ ਆ? ਤਾਂ ਉਹ ਰਾਈਟਰ ਅੱਗੋਂ ਕਹਿੰਦਾ ਵੀ ਇਹ ਹੈਗੀ ਇੱਕ ਸਪੰਜ। ਇਹ ਸਪੰਜ ਆ, ਇਹ ਜਿੰਨੀਆਂ ਵੀ ਇਹਦੇ ਇਰਦ ਗਿਰਦ ਘੱਟ ਗਿਣਤੀ ਲੋਕ ਨੇ, ਛੋਟੀਆਂ ਕੌਮਾਂ ਨੇ, ਉਹਨਾਂ ਨੂੰ ਇਹ ਆਪਣੇ ਵਿੱਚ ਸਮਾਉਣਾ ਚਾਹੁੰਦੀ, ਖਤਮ ਕਰਨਾ ਚਾਹੁੰਦੀ ਹੈ। ਅਗਲੀ ਗੱਲ ਕਰਦੇ ਨੇ ਕਿ ਇਹਨੂੰ
ਇਹ ਇੱਕ ਭੀਸ਼ਮ ਜਿਹਨੂੰ ਆਪਾਂ ਅਜਗਰ ਕਹਿ ਦਿੰਦੇ ਆ, ਤਾਂ ਇੱਕ ਸਰਾਲ ਕਹਿ ਦਿੰਦੇ ਆ। ਇਹ ਕਹਿੰਦੇ ਭੀਸ਼ਮ ਸਰਾਲ ਆ ਜਿਹੜੀ ਤੁਹਾਨੂੰ ਪਤਾ ਵੀ ਨਹੀਂ ਲੱਗਣ ਦਿੰਦੀ ਤੇ ਤੁਹਾਡੇ ਸਾਹ ਸੂਤ ਲੈਂਦੀ ਆ। ਇਹ ਉਹ ਆ। ਤਾਂ ਤੁਸੀਂ ਇਹ ਵੇਖੋ ਕਿ ਇਹਨੂੰ ਸੰਖਿਆ ਕਿਹੜੀ ਦਿੱਤੀ ਗਈ ਆ। ਤਾਂ ਲਾਸਟ ਉਹ ਕਹਿੰਦੇ ਆ ਕਿ ਇਹ ਇੱਕ ਉਹ ਆ, ਹਿੰਦੂ ਇੱਕ ਉਹ ਆ ਅਮਰਵੇਲ, ਜਿਹੜੇ ਦਰਖਤ ਤੇ ਚੜ੍ਹ ਗਈ ਉਹਦੇ ਪੱਤੇ, ਫਲ, ਫਰੂਟ, ਉਹਦਾ ਵਜੂਦ ਸਭ ਖਤਮ ਕਰਦੀ ਆ। ਠੀਕ ਆ। ਪਰ ਜਿਹੜੀ ਕੌਮ ਨਾਲ ਇਹਨਾਂ ਦਾ ਹੁਣ ਪੰਗਾ ਪਿਆ ਆ ਲਗਾਤਾਰ 1947 ਤੋਂ ਬਾਅਦ, ਜਾਂ ਮੈਂ ਜੇ ਕਹਾਂ ਜੇ ਅਫਜ਼ਲ ਅਹਿਸਨ ਰੰਧਾਵਾ ਹੋਣਾ ਦੀ ਮੈਂ ਇੱਕ ਕਵਿਤਾ ਦਾ ਇੱਕ ਸਕਿੰਟ ਦੇ ਵਿੱਚ ਤੁਹਾਨੂੰ ਦੱਸਾਂ, ਤੇ ਸਾਡਾ ਜਿਹੜੇ ਸਾਡੇ ਸਿੱਖਾਂ ਨੂੰ ਭੁਲੇਖਾ ਹੈ ਕਿ 1947 ਤੋਂ ਬਾਅਦ ਕਿਤੇ ਸਾਡਾ ਇਹਨਾਂ ਨਾਲ ਵੈਰ ਪਿਆ ਨਾ। ਇੱਕ ਇਸਲਾਮ ਧਰਮ 'ਚ ਜੰਮਿਆ ਹੋਇਆ ਬੰਦਾ ਉਹ ਕਹਿੰਦਾ ਤੁਹਾਡਾ ਵੈਰ ਉਦੋਂ ਦਾ ਆ ਜਦੋਂ ਤੁਹਾਡੇ ਰਹਿਬਰ, ਪਹਿਲੇ ਰਹਿਬਰ ਗੁਰੂ ਨਾਨਕ ਨੇ ਇਹ ਗੱਲ ਕਹੀ ਸੀ ਕਿ ਮੈਂ ਜਨੇਊ ਨਹੀਂ ਪਹਿਨਣਾ। ਤਾਂ ਉਹਨੇ ਕਿਹਾ ਹਾਏ ਅੱਜ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਉਹਨਾਂ ਨੇ ਕਿਹਾ 5 ਸਦੀਆਂ ਦਾ ਵੈਰ ਆ ਸਿੱਖਾਂ ਨਾਲ, ਅੱਜ ਦਾ ਨਹੀਂ ਹੈਗਾ। ਇਹ ਉਦੋਂ ਤੋਂ ਹੀ ਪ੍ਰੋਬਲਮ ਆ ਕਿ ਤੁਸੀਂ ਕੌਣ ਹੁੰਦੇ ਹੋ ਇਹ ਗੱਲ ਕਹਿਣ ਵਾਲੇ, ਤੁਸੀਂ ਤਾਂ ਹਿੰਦੂ ਹੋ। ਸੋ ਮੇਰਾ ਕਹਿਣ ਦਾ ਭਾਵ ਆ ਇਹ ਕੋਈ ਅਤਕਥਨੀ ਨਹੀਂ। ਇਸ ਗੱਲ ਨੂੰ ਬਹੁਤਾ ਜ਼ਿਆਦਾ ਤੁਹਾਨੂੰ ਡੀਪਲੀ ਲੈਣ ਦੀ ਲੋੜ ਨਹੀਂ। ਇੱਥੇ ਜਿੰਨਾ ਚਿਰ ਪਰਵਾਨੇ ਵਰਗੇ ਆਉਂਦੇ ਰਹਿਣਗੇ ਤਾਂ ਜੇਲ੍ਹਾਂ ਦਾ ਸ਼ਿੰਗਾਰ ਬਣਦੇ ਰਹਿਣਗੇ। ਇਹੀ ਸਾਡੀ ਜਿੱਤ ਆ, ਇਹੀ ਸਾਨੂੰ ਕਲਗੀਧਰ ਦਾ ਥਾਪੜਾ ਆ। ਅੱਜ ਖਾਲਸਾ ਰਾਜ ਵੀ ਬਣ ਗਿਆ, ਅੱਜ ਖਾਲਸਾ ਰਾਜ ਬਣ ਗਿਆ, ਮੰਨ ਲਓ ਅੱਜ ਖਾਲਿਸਤਾਨ ਵੀ ਬਣ ਗਿਆ, ਤਾਂ ਵੀ ਅਸੀਂ ਲੜਦੇ ਰਹਾਂਗੇ, ਕਿਉਂਕਿ ਖਾਲਸੇ ਨੇ ਸਦਾ ਜ਼ੁਲਮ ਦੇ ਖਿਲਾਫ ਲੜਨਾ ਆ ਤੇ ਮਜ਼ਲੂਮ ਦੇ ਨਾਲ ਖੜਨਾ ਆ। ਮਜ਼ਲੂਮ ਦੇ ਨਾਲ ਖੜਨ ਵਾਲਾ ਪਰਵਾਨਾ ਜੇਲ੍ਹ ਜਾਇਆ ਤਾਂ ਭਵਿੱਖ 'ਚ ਵੀ ਇਹੋ ਜਿਹੀਆਂ ਗੱਲਾਂ ਆਉਂਦੀਆਂ ਰਹਿਣੀਆਂ ਨੇ। ਇਹ ਤੋਂ ਡਰਨ ਘਬਰਾਉਣ ਦੀ ਲੋੜ ਨਹੀਂ ਹੈਗੀ। ਜੇਲ੍ਹਾਂ ਜਿਹੜੀਆਂ ਨੇ, ਜਿਹੜੀਆਂ ਹੱਥ ਕੜੀਆਂ ਨੇ, ਇਹ ਤਾਂ ਸਾਡੇ ਸੂਰਮਿਆਂ ਦੇ ਤਾਜ ਨੇ, ਗਹਿਣੇ ਨੇ। ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਵਾਸਤੇ। ਤੇ ਮੈਂ ਅੰਤ ਦੇ ਵਿੱਚ ਇਹੀ ਕਹਾਂਗਾ ਕਿ ਜੇ ਜ਼ਮੀਰ ਵਾਕਈ ਹੀ ਜਾਗਦੀ ਹੈ ਤਾਂ ਅੱਖਾਂ ਖੋਲ੍ਹ ਕੇ ਆਸੇ-ਪਾਸੇ ਇੱਕ ਵਾਰ ਨਜ਼ਰ ਮਾਰ ਲਿਆ ਕਰੋ। ਜੇ ਧੱਕਾ ਕਿਸੇ ਨਾਲ ਵੀ ਹੋ ਰਿਹਾ ਹੈ, ਚਾਹੇ ਅਮੀਰ ਹੈ ਚਾਹੇ ਗਰੀਬ ਹੈ, ਛਾਤੀ ਨਾਲ ਲਾ ਕੇ ਇੱਕ ਵਾਰ ਦੇਖ ਲਿਆ ਕਰੋ। ਖਬਰੇ ਕਿਸੇ ਉਮੀਦ ਵਿੱਚ ਉਹ ਗਰੀਬ, ਉਹ ਅਮੀਰ ਤੁਹਾਨੂੰ ਤੱਕਦਾ ਹੋ, ਚਾਹੇ ਗੁਨਾਹਗਾਰ ਹੋਵੇ, ਪਰ ਜੇ ਗੁਨਾਹ ਮੰਨ ਲਿਆ ਤਾਂ ਉਸ ਨੂੰ ਮਾਫੀ ਦਿੱਤੀ ਕਹਿ ਕੇ ਛੱਡ ਦਿਆ ਕਰੋ। ਪਰ ਸਾਡੇ ਜ਼ਿਹਨ ਦੇ ਵਿੱਚ ਪਤਾ ਕੀ ਆ ਜਾਂਦਾ ਹੈ, ਅੱਜ ਕੱਲ੍ਹ ਜਿਹੜੇ ਹਉਮੈ ਹੰਕਾਰ ਹੈ ਉਹ ਸਾਡੇ ਅੰਦਰ ਕੁੱਟ-ਕੁੱਟ ਕੇ ਭਰੇ ਗਏ ਆ। ਅਸੀਂ ਉਮੀਦ ਰੱਖਦੇ ਹਾਂ ਕਿ ਬਾਹਰ ਬਹੁਤ ਸਾਰੇ ਸਿੰਘ ਬੈਠੇ ਨੇ, ਕਿਰਤੀ ਸਿੰਘ, ਤੇ ਦਿਲੋਂ ਬੈਠੇ ਹੋਏ ਨੇ, ਜਿਹੜੇ ਦਿਲੋਂ ਸੇਵਾਵਾਂ ਕਰਦੇ ਨੇ, ਦਿਲੋਂ ਸੇਵਾਵਾਂ ਭੇਜਦੇ ਨੇ। ਕਿਉਂਕਿ ਮੈਂ ਵੀ ਅੱਜ ਕੱਲ੍ਹ ਜਿੰਨੇ ਵੀ ਸਾਡੇ ਸ਼ਹੀਦ ਪਰਿਵਾਰ ਹੈ ਨੇ, ਬਖਸ਼ੀਸ਼ ਜੀ ਉਹਨਾਂ ਕੋਲ ਜਾ ਰਹੇ ਨੇ, ਵਿਜ਼ਿਟ ਕਰ ਰਹੇ ਨੇ, ਦੁੱਖ ਉਹਨਾਂ ਦਾ ਵੰਡਾ ਰਹੇ ਨੇ, ਜਿਹਨਾਂ ਨੂੰ ਜੋ ਲੋੜ ਹੈ, ਜਿੰਨੇ ਕਿ ਪਰਮਾਤਮਾ ਨੇ ਸਾਨੂੰ ਔਕਾਤ ਬਖਸ਼ੀ, ਅਸੀਂ ਆਪਣੀ ਜੇਬ ਤੋਂ ਵਿੱਚੋਂ ਉਨੀ ਕੀ ਮਦਦ ਕਰ ਰਹੇ ਹਾਂ। ਇੱਕ ਦੋ ਪਰਿਵਾਰਾਂ ਵਾਸਤੇ ਬਾਹਰੋਂ ਵੀ ਮਦਦ ਆਈ ਹੈ ਤੇ ਉਹਨਾਂ ਨੂੰ ਉਹ ਮਦਦ ਪਹੁੰਚਾਈ ਹੈ। ਇਹ ਫੈਸਲਾ ਹਾਰ ਕੇ ਉਦੋਂ ਮੈਨੂੰ ਲੈਣਾ ਪਿਆ, ਉਦੋਂ ਬਖਸ਼ੀਸ਼ ਜੀ ਨੇ ਇਹ ਗੱਲ ਕੀਤੀ ਕਿ ਇਹ ਕਿਉਂਕਿ ਉਸ ਲਹਿਰ ਦੇ ਵਿੱਚ, ਖਾੜਕੂ ਲਹਿਰ ਦੇ ਵਿੱਚ ਰਹੇ ਨੇ, ਇਹ ਜਾਣਦੇ ਨੇ ਕਿਹੜੇ-ਕਿਹੜੇ ਪਰਿਵਾਰਾਂ ਦੇ ਕਿੰਨੀ ਤਸ਼ੱਦਦ ਝੇਲੀ ਹੈ। ਪਰ ਅੱਜ ਜਾਣ ਕੇ ਮੈਨੂੰ ਅਫਸੋਸ ਹੁੰਦਾ ਹੈ ਕਿ ਸੇਵਾਵਾਂ ਕਰਨ ਵਾਲੇ ਪਰਵਾਨੇ ਵੀਰ ਵਰਗੇ ਬੰਦਿਆਂ ਦੇ ਉੱਤੇ ਝੂਠੇ ਕੇਸ ਪਾ ਕੇ 2-2 ਮਹੀਨੇ ਅੰਦਰ ਰੱਖਿਆ ਜਾਂਦਾ ਹੈ। ਤੇ ਹੁਣ ਇਹ ਵੀਰ ਸੇਵਾਵਾਂ ਵਾਸਤੇ ਲੱਗੇ ਨੇ, ਬਖਸ਼ੀਸ਼ ਜੀ ਲੱਗੇ ਹੋਏ ਨੇ, ਪਰ ਇੱਕ ਕੁਝ ਕੌੜੇ ਸੱਚ ਨਿਕਲ ਕੇ ਸਾਹਮਣੇ ਆਉਂਦੇ ਨੇ ਕਿ ਵੱਡੀਆਂ ਬਹੁਤ ਸਾਰੀਆਂ ਚੈਰੀਟੇਬਲ ਟਰਸਟਸ ਹੈਗੀਆਂ ਨੇ, ਸੰਸਥਾਵਾਂ ਹੈਗੀਆਂ ਨੇ, ਜਿਨ੍ਹਾਂ ਨੇ ਸਿੰਘ ਸ਼ਹੀਦਾਂ ਦੇ ਨਾਮ ਉੱਤੇ ਅਰਬਾਂ ਰੁਪਈਆ ਇਕੱਠਾ ਕੀਤਾ, ਪੈਨਸ਼ਨਾਂ ਵੀ ਲਾਈਆਂ, ਪਰ ਉਹ 1-2-3 ਮਹੀਨਿਆਂ ਬਾਅਦ ਬੰਦ ਹੋ ਜਾਂਦੀਆਂ ਨੇ, ਕਾਗਜ਼ਾਂ ਦੇ ਵਿੱਚ ਉਹ ਚੱਲਦੀਆਂ ਰਹਿੰਦੀਆਂ ਨੇ। ਜੇ ਵੱਡੀਆਂ ਸੰਸਥਾਵਾਂ, ਚੈਰੀਟੇਬਲ ਟਰਸਟ ਜਿਹੜੇ ਹੈਗੇ ਨੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਸਮਝਦਾਰ ਨੂੰ ਇਸ਼ਾਰਾ ਬਹੁਤ ਹੁੰਦਾ, ਉਹ ਆਪ ਸਮਝ ਜਾਣਗੇ। ਜੇ ਉਹਨਾਂ ਨੇ ਅਰਬਾਂ ਰੁਪਏ ਇਕੱਠੇ ਕੀਤੇ, ਕਰੋੜਾਂ ਰੁਪਏ ਉਹ ਸੇਵਾਵਾਂ ਕਰ ਰਹੇ ਨੇ, ਦਿਖਾ ਰਹੇ ਨੇ, ਤਾਂ ਮੈਂ ਇਹ ਜਾਣਨਾ ਚਾਹਾਂਗਾ ਪੰਜਾਬ ਕਿਉਂ ਤੁਸੀਂ ਭੁੱਲੀ ਬੈਠੇ ਹੋ? ਜੇਕਰ ਸੇਵਾ ਕਰਨੀ ਸੀ ਸ਼ੁਰੂ, ਤਾਂ ਫਿਰ ਅਗਰ ਸਿਰ ਤੇ ਦਸਤਾਰਾਂ ਨਹੀਂ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਪੰਜਾਬ ਤੋਂ ਸ਼ੁਰੂ ਕੀਤੀਆਂ ਜਾਂਦੀਆਂ, ਸਿੰਘ ਸ਼ਹੀਦਾਂ ਦੇ ਪਰਿਵਾਰਾਂ ਤੋਂ ਸ਼ੁਰੂ ਕੀਤੀਆਂ ਜਾਂਦੀਆਂ, ਪਹਿਲਾਂ ਉਹਨਾਂ ਦੀਆਂ ਹਰ ਕਮੀਆਂ ਖਤਮ ਕੀਤੀਆਂ ਜਾਂਦੀਆਂ, ਫਿਰ ਕਿਸੇ ਹੋਰ ਮੁਲਕ ਵਾਲੇ ਜਾਂ ਕਿਸੇ ਹੋਰ ਪਾਸੇ ਨਜ਼ਰਾਂ ਸਾਡੀਆਂ ਜਾਣੀਆਂ ਚਾਹੀਦੀਆਂ ਸੀ। ਪਰ ਅੱਜ ਅਸੀਂ
ਫਿਰ ਤੋਂ ਉਹਨਾਂ ਲਾਚਾਰ ਪਰਿਵਾਰਾਂ ਦੀ ਸਾਰ ਲੈ ਰਹੇ ਹਾਂ ਜਿਹੜੇ ਆਪਣੇ ਘਰ ਦੇ ਜੀ ਸ਼ਹੀਦ ਕਰਵਾ ਚੁੱਕੇ ਨੇ, ਜੋ ਅੱਜ ਦਾਣੇ ਦਾਣੇ ਨੂੰ ਮੁਹਤਾਜ ਨੇ, ਜਿਹਨਾਂ ਦੀਆਂ ਛੱਤਾਂ ਚੌਂਦੀਆਂ ਨੇ, ਜਿਹਨਾਂ ਨੂੰ ਇਹ ਨਹੀਂ ਪਤਾ ਕਿ ਸ਼ਾਮ ਨੂੰ ਘਰੇ ਰੋਟੀ ਪੱਕਣੀ ਆ ਕਿ ਨਹੀਂ ਪੱਕਣੀ। ਇਸ ਕਰਕੇ ਮੈਂ ਬੇਨਤੀ ਕਰਦਾ ਹਾਂ, ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਹੈ ਅਕਲੀ ਕੀਚੈ ਦਾਨ। ਬਿਲਕੁਲ ਜੀ। ਤੇ ਜਿਹੜੇ ਸਿੰਘ ਯੋਧੇ ਨੇ, ਬਰਜਿੰਦਰ ਸਿੰਘ ਪਰਵਾਨਾ ਜੀ ਵਰਗੇ, ਬਾਬਾ ਬਖਸ਼ੀਸ਼ ਸਿੰਘ ਜੀ ਵਰਗੇ, ਉਹਨਾਂ ਨਾਲ ਕੌਮ ਕੱਲ੍ਹ ਵੀ ਖਲੋਤੀ ਸੀ, ਅੱਜ ਵੀ ਖੜੀ ਹੈ ਤੇ ਕੱਲ੍ਹ ਵੀ ਖੜੀ ਰਹੇਗੀ। ਪਰ ਹਾਂ, ਤੁਸੀਂ ਜਦੋਂ ਦਾਨ ਕਰਦੇ ਹੋ, ਜਿਸ ਨੂੰ ਕਰਦੇ ਹੋ, ਤੁਹਾਡਾ ਫਰਜ਼ ਬਣਦਾ ਹੈ ਪੁੱਛਣਾ ਕਿ ਆਖਿਰ ਕਿੰਨਿਆਂ ਕਿਹਨੂੰ ਤੁਸੀਂ ਪੈਨਸ਼ਨ ਲਾਈ ਹੈ, ਕਿੰਨਿਆਂ ਦੇ ਘਰ ਬਣਾ ਕੇ ਦਿੱਤੇ ਨੇ, ਪੰਜਾਬ ਦੇ ਵਿੱਚ ਤੁਸੀਂ ਕਿੰਨਾ ਇਨਵੈਸਟ ਕੀਤਾ ਹੈ, ਪੰਜਾਬ ਦੇ ਵਿੱਚ ਕਿਸ ਕਿਸ ਦੀ ਸਾਰ ਲਈ ਹੈ। ਸਿਰਫ ਕਹੀਆਂ ਸੁਣੀਆਂ ਗੱਲਾਂ ਜਾਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਹੋਈਆਂ ਵੀਡੀਓਜ਼ ਦੇ ਉੱਤੇ ਭਰੋਸਾ ਰੱਖਿਓ। ਮੈਂ ਇਹ ਕਹਾਂਗਾ ਕਿ ਅਗਰ ਤੁਸੀਂ ਸਿੱਖ ਹੋ, ਜੋ ਵੀ ਇਹ ਪ੍ਰੋਗਰਾਮ ਦੇਖ ਰਹੇ ਹੋ, ਅਗਰ ਤੁਸੀਂ ਸਿੱਖ ਹੋ, ਕਿਸੇ ਵੀ ਸੰਸਥਾ ਨੂੰ ਤੁਸੀਂ ਡੋਨੇਸ਼ਨ ਦਿੱਤੀ ਹੈ, ਤਾਂ ਸਿੱਖ ਹੋਣ ਦੇ ਨਾਲ ਤੁਹਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਪੁੱਛਿਆ ਜਾਵੇ ਕਿ ਪੰਜਾਬ ਦੇ ਵਿੱਚ ਤੁਹਾਡਾ ਦਸਵੰਧ ਕਿਹੜੀ ਥਾਂ 'ਤੇ, ਕਿਸ ਵਾਸਤੇ, ਕਿੱਥੇ ਅਤੇ ਕਦੋਂ ਵਰਤਿਆ ਗਿਆ। ਜੇ ਉਹ ਐਕਸਪਲੇਨੇਸ਼ਨ ਨਹੀਂ ਦੇ ਸਕਦੇ ਤਾਂ ਫਿਰ ਸੋਚ ਲਓ ਕਿ ਉਹ ਸੰਸਥਾ ਜਿੰਨੀ ਮਰਜ਼ੀ ਵੱਡੀ ਹੈ, ਗੱਦਾਰੀ ਕਰ ਰਹੀ ਹੈ, ਛਾਤੀਆਂ ਲਾ ਕੇ ਖੰਜਰ ਮਾਰ ਰਹੀ ਹੈ। ਅਤੇ ਇਹ ਮੈਂ ਕਹਾਂਗਾ ਆਪਸ ਦੇ ਵਿੱਚ ਡੋਨੇਸ਼ਨਸ ਦੇਣ ਵਾਲੇ ਵੀਰ ਵੀ ਡਿਸਕਸ਼ਨ ਕਰਨ ਕਿ ਉਸ ਸੰਸਥਾ ਨੂੰ ਅਗਰ 5 ਜਣਿਆਂ ਨੇ, 10 ਜਣਿਆਂ ਨੇ, 50 ਜਣਿਆਂ ਨੇ ਮਿਲ ਕੇ ਇਕੱਠਾ ਭੇਜਿਆ ਅਮਾਊਂਟ, ਤਾਂ ਇਹ ਨਾ ਹੋਵੇ ਕਿ ਇੱਕ ਥਾਂ ਦੀ ਇਨਵੈਸਟਮੈਂਟ ਉਹ 10 ਬੰਦਿਆਂ ਨੂੰ ਗਿਣਾ ਦੇਣ। ਇਹ ਵੀ ਆਪਸ ਦੇ ਵਿੱਚ ਡਿਸਕਸ਼ਨ ਹੋਣੀ ਚਾਹੀਦੀ ਹੈ ਕਿਹੜੀ ਥਾਂ ਦੇ ਉੱਤੇ ਡੋਨੇਸ਼ਨ ਦਿੱਤੀ ਗਈ ਹੈ, ਤਾਂ ਕਿ ਇੱਕ ਥਾਂ ਦੇ ਉੱਤੇ ਕੀਤਾ ਗਿਆ ਕੰਮ, ਇੱਕ ਦਾ ਬਣਾਇਆ ਹੋਇਆ ਮਕਾਨ 10 ਜਣਿਆਂ ਨੂੰ ਨਾ ਦੱਸਿਆ ਜਾਵੇ ਕਿ ਉਸ ਦਾ ਮਕਾਨ ਬਣਾਇਆ ਹੈ। ਇੱਕ ਜਣੇ ਦਾ ਬਣਾਇਆ ਮਕਾਨ 10 ਅਲੱਗ-ਅਲੱਗ ਨਾਮਾਂ ਨਾਲ ਨਾ ਦਿਖਾਇਆ ਜਾਵੇ। ਇਹ ਘੋਗ ਹੁਣ ਸਾਨੂੰ ਕਰਨੀ ਪੈਣੀ ਹੈ, ਕਿਉਂਕਿ ਸਾਡੇ ਆਪਣੇ ਹੀ ਨੇ ਸਿਰ 'ਤੇ ਦਸਤਾਰਾ ਬਣ ਕੇ ਜਿਹੜੇ ਅੱਖਾਂ 'ਚ ਘੱਟਾ ਪਾਉਂਦੇ ਆ। ਤਾਂ ਹੀ ਕਿਸੇ ਸਿਆਣੇ ਨੇ ਕਿਹਾ ਹੈ ਕਿ ਸਿੱਖ ਕਦੇ ਨਾ ਹਾਰੇ, ਜਿਸ ਸਿੱਖ ਨੂੰ ਸਿੱਖ ਨਾ ਮਾਰੇ। ਅਤੇ ਅੱਜ ਅਸੀਂ ਉਸ ਕਗਾਰ 'ਤੇ ਖੜ੍ਹੇ ਹਾਂ। ਸਾਡੇ ਆਪਣੇ ਗਾਤਰਿਆਂ ਵਾਲੇ, ਚੋਲਿਆਂ ਵਾਲੇ, ਦਸਤਾਰਾਂ ਵਾਲੇ ਛਾਤੀਆਂ ਲਾ ਕੇ ਸਾਡਾ ਜੀਣਾ ਹਰਾਮ ਕਰਨ ਦੇ ਉੱਤੇ ਲੱਗੇ ਹੋਏ ਨੇ, ਸਾਨੂੰ ਧੋਖਾ ਦੇਣ 'ਤੇ ਲੱਗੇ ਨੇ, ਕੌਮ ਨੂੰ ਢਹਿੰਦੀ ਕਲਾ ਵੱਲ ਲਿਜਾਣ 'ਤੇ ਲੱਗੇ ਨੇ। ਸ਼ਾਇਦ ਬਾਦਲਾਂ ਨੇ, ਕੈਪਟਨ ਨੇ ਉਹਨਾਂ ਨਹੀਂ ਵਿਗਾੜਿਆ ਜਿੰਨਾ ਸਾਡੇ ਆਪਣਿਆਂ ਨੂੰ ਪੰਥਕ ਅਖਵਾਉਣ ਵਾਲੇ ਧਾਰਮਿਕ ਆਗੂ ਜਿਹੜੇ ਨੇ, ਉਹਨਾਂ ਨੇ ਸਾਡਾ ਵਿਗਾੜਿਆ, ਬੇੜਾ ਬਿਠਾਇਆ। ਇੰਨਾ ਕਿ ਮੈਂ ਕਹਾਂਗਾ, ਮੇਰੇ ਤੋਂ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ, ਹੱਥ ਬੰਨ੍ਹ ਕੇ ਮਾਫੀ ਹੈ ਜੀ। ਪ੍ਰੋਗਰਾਮ ਚੰਗਾ ਲੱਗਿਆ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।